ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਲੈ ਕੇ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਹਰ ਵਾਰ ਇਸ ਸ਼ੋਅ ਦੇ ਵਿੱਚ ਸਟੂਡੈਂਟਸ ਦੇ ਨਾਲ ਜੁੜੀਆਂ ਮੁਸ਼ਕਿਲਾਂ, ਉਹਨਾਂ ਦੇ ਸਵਾਲਾਂ ਨੂੰ ਸ਼ਾਮਿਲ ਕਰਦੇ ਹਾਂ। ਤੇ ਅੱਜ ਕੱਲ੍ਹ ਜੋ ਬਹੁਤ ਹੀ ਚਰਚਾ ਵਿੱਚ ਹੈ ਕਿ ਜੋ ਅਸੀਂ ਸਾਰੇ ਜਾਣਦੇ ਹਾਂ ਕਿ ਕਿਊਬਿਕ ਦੇ 3 ਜੋ ਪ੍ਰਾਈਵੇਟ ਕਾਲਜਸ ਆ ਉਹ ਬੰਦ ਹੋ ਗਏ ਸੀ। ਉਸ ਤੋਂ ਬਾਅਦ ਸਟੂਡੈਂਟਸ ਚਾਹੇ ਕਿਊਬਿਕ ਪਹੁੰਚ ਕੇ ਉੱਥੇ ਆਪਣੀ ਸਟੱਡੀ ਕੰਟੀਨਿਊ ਕਰ ਰਹੇ ਸੀ, ਉਹ ਪਰੇਸ਼ਾਨ ਹੋ ਰਹੇ ਨੇ। ਚਾਹੇ ਉਹਨਾਂ ਸਟੂਡੈਂਟਸ ਦੀ ਗੱਲ ਕਰ ਲਈਏ ਜਿਹੜੇ ਹਲੇ ਇੰਡੀਆ ਵਿੱਚ ਹੀ ਸੀਗੇ, ਆਨਲਾਈਨ ਸਟੱਡੀਜ਼ ਉਹਨਾਂ ਦੀ ਚੱਲ ਰਹੀਆਂ ਸੀ, ਪਹਿਲਾਂ ਕਰੋਨਾ ਕਰਕੇ ਨਹੀਂ ਜਾ ਸਕੇ ਸੀ। ਤੇ ਹੁਣ ਉਸ ਤੋਂ ਬਾਅਦ ਵੀ ਕਾਲਜਸ ਬੰਦ ਹੋਣ ਤੋਂ ਬਾਅਦ ਉਹਨਾਂ ਨੂੰ ਸਮਝ ਨਹੀਂ ਆ ਰਹੀ ਹੈ ਕਿ ਅਸੀਂ ਕੀ ਕਰੀਏ। ਤੇ ਉਹਨਾਂ ਸਟੂਡੈਂਟਸ ਨਾਲ ਜੋ ਜੁੜਿਆ ਅੱਜ ਸ਼ੋਅ ਲੈ ਕੇ ਆਇਆ, ਤੇ ਖਾਸ ਤੌਰ ਤੇ ਅਸੀਂ IDP ਕੰਪਨੀ ਦੇ ਆਫਿਸ ਵਿੱਚ ਪਹੁੰਚੇ ਹੋਏ ਹਾਂ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਸਰਵਿਸਿਜ਼ ਸਟੂਡੈਂਟਸ ਨੂੰ ਦਿੱਤੀਆਂ ਜਾ ਰਹੀਆਂ, ਅੱਗੋਂ ਸਟੂਡੈਂਟਸ ਹੁਣ ਕੀ ਕਰਨ, ਇਹਨਾਂ ਸਾਰੇ ਸਵਾਲਾਂ ਦੇ ਉੱਪਰ ਚਰਚਾ ਕਰਾਂਗੇ ਅੱਜ। ਸੋ ਉਹਨਾਂ ਸਟੂਡੈਂਟਸ ਦੇ ਨਾਲ ਜੁੜੀ ਹਰੇਕ ਗੱਲਬਾਤ, ਹਰੇਕ ਸਵਾਲ ਨੂੰ ਇਸ ਸ਼ੋਅ ਵਿੱਚ ਸ਼ਾਮਿਲ ਕਰਨ ਲੱਗਿਆ। ਸੋ ਪੂਰਾ ਸ਼ੋਅ ਸ਼ੁਰੂ ਤੋਂ ਅਖੀਰ ਤੱਕ ਤੁਸੀਂ ਜ਼ਰੂਰ ਧਿਆਨ ਨਾਲ ਵੇਖਣਾ ਤੇ ਸੁਣਨਾ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ, ਸਾਡੇ ਨਾਲ ਸ਼ੋਅ ਦੇ ਵਿੱਚ ਮੌਜੂਦ ਨੇ ਜੀ IDP ਕੰਪਨੀ ਦੇ ਪੰਜਾਬ ਸੇਲਸ ਐਂਡ ਆਪਰੇਸ਼ਨਸ ਹੈਡ ਕੰਚਨ ਬੇਦੀ ਮੈਮ। ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਕਿਊਬਿਕ ਸਟੂਡੈਂਟਸ ਦੀ ਗੱਲ ਕਰੀਏ, ਕਿਉਂਕਿ ਸਟੂਡੈਂਟਸ ਪਰੇਸ਼ਾਨ ਹੁੰਦੇ ਨੇ ਤਾਂ ਵਾਕਈ ਇੱਕ ਚਿੰਤਾ ਦੀ ਵਿਸ਼ਾ ਹੁੰਦਾ ਹੈ। ਸਟੱਡੀ ਵੀਜ਼ਾ ਤੇ ਸਟੂਡੈਂਟ ਜਾਂਦੇ, ਕਈ ਸੁਪਨੇ ਆਪਣੇ ਸਾਕਾਰ ਕਰਦੇ ਨੇ। ਕਿਊਬਿਕ ਦੇ ਵਿੱਚ 3 ਪ੍ਰਾਈਵੇਟ ਕਾਲਜਸ ਬੰਦ ਹੋ ਜਾਂਦੇ ਨੇ। ਸਭ ਤੋਂ ਪਹਿਲਾਂ ਇਹ ਜਾਣਨਾ ਚਾਹੂੰਗੀ ਆਖਿਰ ਕੀ ਰੀਜ਼ਨਸ ਰਹੇ, ਕਿਉਂ ਕਾਲਜਸ ਬੰਦ ਹੋਏ, ਆਖਿਰ ਕਿਵੇਂ ਸਟੂਡੈਂਟ ਜੋ ਹੈ ਫੇਥ ਕਰ ਸਕਦੇ ਨੇ, ਅੱਗੋਂ ਵੀ ਸਟੂਡੈਂਟਸ ਨੇ ਐਡਮਿਸ਼ਨਸ ਕਰਵਾਉਣੀਆਂ ਨੇ, ਕੀ ਰੀਜ਼ਨ ਸੀ ਫਸਟ ਆਫ ਆਲ ਕਿ ਉਹ ਕਾਲਜਸ ਬੰਦ ਹੋ ਗਏ? ਦੇਖੋ, ਜਿੰਨੇ ਵੀ ਇਹ ਸਟੂਡੈਂਟਸ ਹੈਗੇ ਜਿਹੜੇ ਕਿਊਬਿਕ ਇਫੈਕਟਡ ਹੈਗੇ ਆ, ਇਹ ਸਾਰੇ IDP ਕੋਲ ਆਏ। ਇਹਨਾਂ ਨੇ ਆਪਣੇ ਕਾਲਜਸ ਸਿਲੈਕਟ ਕੀਤੇ ਤੇ ਇਹਨਾਂ ਕਾਲਜਸ ਦੇ ਵਿੱਚ ਆਪਣਾ ਕੇਸ ਫਾਈਲ ਕੀਤਾ, ਜਿਹਨੂੰ ਆਪਾਂ ਐਪਲੀਕੇਸ਼ਨ ਫਾਈਲ ਕੀਤੀ। ਸੋ ਹੁਣ ਕੀ ਹੋਇਆ, ਐਸ ਪਰ ਦਾ ਸਿਚੁਏਸ਼ਨ ਸਟੂਡੈਂਟਸ ਨੇ ਆਪਣੀ ਟਿਊਸ਼ਨ ਫੀ ਪੇ ਕੀਤੀ ਹੋਈ ਸੀਗੀ। ਇਹ ਕਾਲਜਸ ਨੇ ਬੈਂਕਰਪਸੀ ਫਾਈਲ ਕਰਤੀ ਹੈ, ਤਿੰਨਾਂ ਕਾਲਜਸ ਨੇ। ਤੇ ਸਟੂਡੈਂਟ ਸਾਰੇ ਇੰਡੀਆ ਵਿੱਚ ਸਟਰੱਕ ਹੈ, ਕੁਝ ਸਟੂਡੈਂਟਸ ਉੱਥੇ ਵੀ ਸਟਰੱਕ ਹੈ। ਸਟੂਡੈਂਟ ਆਪਣੇ ਫਿਊਚਰ ਨੂੰ ਲੈ ਕੇ ਸਟਰੱਕ ਹੈਗੇ ਆ। ਬਟ IDP ਉਹਨਾਂ ਨੂੰ ਹੁਣ ਵੀ ਉਹਨਾਂ ਦੇ ਨਾਲ ਹੈ। IDP ਉਹਨਾਂ ਨੂੰ ਆਪਸ਼ਨਸ ਦੇ ਰਿਹਾ, ਡਿਫਰੈਂਟ ਆਪਸ਼ਨਸ ਹੈਗੀਆਂ ਜਿਹੜੀਆਂ IDP ਨੇ ਸਟੂਡੈਂਟਸ ਲਈ ਦਿੱਤੀਆਂ, ਸੋ ਦੈਟ ਸਟੂਡੈਂਟਸ ਨੂੰ ਅੱਗੇ ਫਿਊਚਰ ਵਿੱਚ ਪ੍ਰੋਬਲਮ ਨਾ ਹੋਏ, ਉਹਨਾਂ ਦੀ ਐਜੂਕੇਸ਼ਨ ਵਿੱਚ ਗੈਪ ਨਾ ਆਏ। ਜੀ। ਸੋ IDP ਉਹਨਾਂ ਸਟੂਡੈਂਟਸ ਵਾਸਤੇ ਕਾਫੀ ਸਾਰੇ ਆਪਸ਼ਨਸ ਲੈ ਕੇ ਆਇਆ, ਜਿਸ ਤਰ੍ਹਾਂ ਕਿ ਸਟੂਡੈਂਟਸ ਨੂੰ ਅਸੀਂ ਇੱਕ ਪਬਲਿਕ ਕਾਲਜ ਦੇ ਵਿੱਚ ਆਪਸ਼ਨ ਦੇ ਰਹੇ ਹਾਂ, ਤੇ ਜਿਹਦੇ ਵਿੱਚ ਸਟੂਡੈਂਟਸ ਆਪਣਾ ਫਸਟ ਈਅਰ ਦੀ ਜਿਹੜੀ ਫੀਸ ਹੈਗੀ ਹੈ, ਕਿਸੇ ਵੀ ਸਟੂਡੈਂਟ ਜਿਹੜੇ ਕਿਊਬਿਕ ਇਫੈਕਟਡ ਸਟੂਡੈਂਟਸ ਹੈਗੇ ਇਹਨਾਂ ਤਿੰਨਾਂ ਕਾਲਜਸ ਤੋਂ, ਉਹਨਾਂ ਨੂੰ ਫੀਸ ਪੇ ਨਹੀਂ ਕਰਨੀ ਆ। ਪਲੱਸ ਸੈਕੰਡ ਈਅਰ ਦੇ ਵਿੱਚ ਵੀ ਸਟੂਡੈਂਟਸ ਨੂੰ ਅਪਰੋਕਸੀਮੇਟਲੀ 2 ਤੋਂ 3 ਲੱਖ ਫੀਸ ਦਾ ਵੇਵਰ ਹੋ ਰਿਹਾ। ਓਕੇ, ਰਾਈਟ। ਪਲੱਸ ਅਗਰ ਤੁਹਾਡਾ IELTS ਟੈਸਟ ਐਕਸਪਾਇਰ ਹੋ ਗਿਆ, ਸਟੂਡੈਂਟਸ ਨੂੰ ਉਹ ਵੀ ਦੇਣ ਦੀ, ਲਾਈਕ ਸਟੂਡੈਂਟਸ ਅਗਰ ਦੇਣਾ ਹੈ ਟੈਸਟ ਦੁਬਾਰਾ ਦੇਣਾ, ਉਹਨਾਂ ਨੂੰ ਆਪਣੀ ਫੀਸ ਵੀ ਦੇਣ ਦੀ ਲੋੜ ਨਹੀਂ ਹੈ, ਉਹ ਵੀ ਤੁਹਾਨੂੰ IDP ਦੇਗਾ। ਪਲੱਸ ਜਿਹੜੀ ਐਮਬੈਸੀ ਫੀ ਹੈ, ਜਿਹੜੇ ਸਟੂਡੈਂਟਸ ਇਹਨਾਂ ਕਾਲਜਸ ਤੋਂ ਇਫੈਕਟਡ ਹੈਗੇ ਆ, ਉਹਨਾਂ ਦੀ ਐਮਬੈਸੀ ਫੀ ਵੀ ਵੇਵਡ ਆਫ ਹੈ, ਉਹ ਵੀ ਤੁਹਾਨੂੰ IDP ਨਾਲ ਦੇਗਾ। ਜੀ, ਪਰ ਮੈਂ ਇੱਥੇ ਤੁਹਾਨੂੰ ਰੋਕਣਾ ਚਾਹੂੰਗੀ ਕਿ ਸਵਾਲ ਉੱਥੇ ਆ ਜਾਂਦਾ ਹੈ ਕਿ ਸਟੂਡੈਂਟਸ ਜਿਹੜੇ ਹੁਣ ਪ੍ਰੋਟੈਸਟ ਕਰ ਰਹੇ ਨੇ, IDP ਕੰਪਨੀ ਉੱਪਰ ਵੀ ਕਈ ਬਲੇਮ ਲਗਾਏ ਜਾ ਰਹੇ ਨੇ, ਤਾਂ ਕਿੰਨਾ ਕੁ ਰੋਲ ਹੁੰਦਾ IDP ਦਾ ਕਿ ਕੋਈ ਸਟੂਡੈਂਟ ਅਗਰ ਕਾਲਜ ਦੀ ਸਿਲੈਕਸ਼ਨ ਕਰ ਰਿਹਾ ਹੈ? ਕਿਉਂਕਿ ਅੱਜ ਦੇ ਟਾਈਮ ਵਿੱਚ ਅਗਰ ਸਟੂਡੈਂਟ ਪ੍ਰੋਟੈਸਟ ਕਰ ਰਹੇ ਨੇ, ਸਵਾਲ ਤੁਹਾਡੀ ਕੰਪਨੀ ਦੇ ਹੋ ਰਹੇ ਨੇ, ਤਾਂ ਜਵਾਬ ਕੀ ਹੈ ਤੁਹਾਡੀ ਕੰਪਨੀ? ਦੇਖੋ, ਸਭ ਤੋਂ ਪਹਿਲਾਂ ਤਾਂ ਆਈ ਥਿੰਕ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ, ਜਿਹੜੇ ਤਿੰਨੇ ਕਾਲਜਸ ਹੈਗੇ ਨੇ ਇਹ ਗਵਰਨਮੈਂਟ ਰੈਕਗਨਾਈਜ਼ ਕਾਲਜਸ ਹੈਗੇ ਸੀਗੇ। ਪਲੱਸ ਇਹਨਾਂ ਸਾਰੇ ਕਾਲਜਸ ਦੇ DLI ਨੰਬਰ ਹੈ। ਜਿੰਨੇ ਵੀ ਕਾਲਜਸ ਆਪਾਂ ਕੈਨੇਡਾ ਦੀ ਗੱਲ ਕਰੀਏ, ਉਹਨਾਂ ਨੂੰ ਰੈਕਗਨਾਈਜ਼ਡ ਹੋਣਾ ਚਾਹੀਦਾ, ਪਲੱਸ DLI ਨੰਬਰ ਹੋਣੇ ਚਾਹੀਦੇ ਆ। ਇਹਨਾਂ ਤਿੰਨਾਂ ਕਾਲਜਸ ਦੇ ਵੀ ਇਹ ਸਾਰੀਆਂ ਚੀਜ਼ਾਂ ਹੈਗੀਆਂ। ਪਲੱਸ ਅਸੀਂ ਕਦੀ ਵੀ ਸਟੂਡੈਂਟ ਨੂੰ ਇਹ ਨਹੀਂ ਗਾਈਡ ਕਰਦੇ ਕਿ ਤੁਸੀਂ ਇਸ ਕਾਲਜ ਵਿੱਚ ਜਾਓ, ਅਸੀਂ ਹੈਲਪ ਕਰਦੇ ਹਾਂ ਸਟੂਡੈਂਟ ਨੂੰ ਬੇਸਿਕਲੀ ਉਹਨਾਂ ਦੇ ਫਰਦਰ ਆਪਸ਼ਨਸ। ਠੀਕ ਹੈ, ਮਤਲਬ ਸਟੂਡੈਂਟਸ ਦੀ ਚੋਇਸ ਦੇ ਉੱਪਰ ਤੁਸੀਂ ਉਹਨਾਂ ਨੂੰ ਲਿਸਟ ਦਿੰਦੇ ਹੋ ਕਾਲਜਸ ਦੀ? ਬਿਲਕੁਲ ਬਿਲਕੁਲ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਤੁਸੀਂ ਇਹਨਾਂ ਕਾਲਜਸ ਦੇ ਵਿੱਚ ਅਪਲਾਈ ਕਰੋ। ਹੁਣ ਮੈਂ ਤੁਹਾਨੂੰ ਰੀਜ਼ਨ ਵੀ ਦੱਸਦੀ ਹਾਂ ਸਟੂਡੈਂਟਸ ਇਹਨਾਂ ਕਾਲਜਸ ਨੂੰ ਕਿਉਂ ਚੂਜ਼ ਕਰਦੇ ਆ। ਦੇਖੋ, ਸਭ ਤੋਂ ਪਹਿਲਾ ਰੀਜ਼ਨ ਰਹਿੰਦਾ ਕਿ ਆਪਣਾ ਬਜਟ ਕੀ ਹੈ। ਅਗਰ ਕੰਪੈਰੇਟਿਵਲੀ ਦੇਖਿਆ ਜਾਏ ਤਾਂ ਕਿਊਬਿਕ ਦੇ ਜਿਹੜੇ ਕਾਲਜਸ ਹੈਗੇ ਆ, ਉਹਨਾਂ ਦੀ ਟਿਊਸ਼ਨ ਫੀ ਕਾਫੀ ਘੱਟ ਹੈ ਕੰਪੈਰੇਟਿਵਲੀ ਅਦਰ ਕਾਲਜਸ ਲਈ, ਤੇ ਇਸ ਕਰਕੇ ਕਈ ਸਟੂਡੈਂਟ ਇਸ ਲਈ ਵੀ ਆਪਟ ਕਰਦੇ ਆ। ਹੁਣ ਦੂਸਰੀ ਆਪਸ਼ਨ ਇਹ ਵੀ ਹੁੰਦੀ ਹੈ ਕਈ ਵਾਰੀ ਸਟੂਡੈਂਟਸ ਦੀ ਕਿ ਸਟੂਡੈਂਟ ਕਹਿੰਦੇ ਕਿ ਆਪਾਂ ਇਸੇ ਇਨਟੇਕ ਵਿੱਚ ਜਾਣਾ। ਹੁਣ ਆਪਾਂ ਗੱਲ ਕਰਦੇ ਹਾਂ ਅਨਦਰ 14-15 ਕਾਲਜਸ ਦੀ, ਜੇ ਉੱਥੇ ਆਪਸ਼ਨ ਨਹੀਂ ਹੈ, ਬਟ ਅਸੀਂ ਉਹਨਾਂ ਨੂੰ ਆਪਸ਼ਨ ਦੱਸਦੇ ਹਾਂ ਕਿ ਤੁਸੀਂ ਇਸ ਇਨਟੇਕ ਦੇ ਬਜਾਏ ਦੂਸਰੇ ਇਨਟੇਕ ਵਿੱਚ ਜਾਓ। ਬਟ ਸਟੂਡੈਂਟਸ ਦਾ ਕਈ ਵਾਰੀ ਏਜੰਡਾ ਇਹ ਹੁੰਦਾ ਕਿ ਨਹੀਂ, ਆਪਾਂ ਇਸੇ ਇਨਟੇਕ ਵਿੱਚ ਜਾਣਾ, ਤੇ ਉਹ ਕਾਲਜ ਆਪਟ ਕਰਦੇ ਆ। ਬਟ ਆਈ ਥਿੰਕ ਜਿੰਨੇ ਵੀ ਸਟੂਡੈਂਟਸ ਆਪਾਂ ਗੱਲ ਕਰੀਏ, ਸਾਰੇ ਮੈਚਿਓਰ ਸਟੂਡੈਂਟਸ ਆ, ਸਾਰੇ ਐਜੂਕੇਟਿਡ ਸਟੂਡੈਂਟਸ ਆ। ਉਹਨਾਂ ਨੂੰ ਸੈਲਫ ਸਟੱਡੀ ਵੀ ਕਰਨੀ ਬਹੁਤ ਇੰਪੋਰਟੈਂਟ ਹੈ ਕਿ ਆਪਾਂ ਕਿਹੜੇ ਕਾਲਜਸ ਵਿੱਚ ਜਾ ਰਹੇ ਹਾਂ, ਕਿਉਂ ਜਾ ਰਹੇ ਹਾਂ। ਬਿਕਾਜ਼ ਸਾਡਾ ਗਾਈਡੈਂਸ ਸਿਰਫ ਕਾਲਜ ਨੂੰ ਲੈ ਕੇ ਨਹੀਂ ਹੁੰਦਾ, ਬਿਕਾਜ਼ ਆਪਾਂ ਸਿਰਫ ਕੈਨੇਡਾ ਦੇ ਕਾਲਜਸ ਰਿਪਰੈਜ਼ੈਂਟ ਨਹੀਂ ਕਰਦੇ, ਆਪਾਂ ਕਾਫੀ ਸਾਰੇ ਕੰਟਰੀਜ਼ ਦੇ ਹੋਰ ਵੀ ਟੌਪ ਰੈਂਕ ਯੂਨੀਵਰਸਿਟੀਜ਼ ਐਂਡ ਕਾਲਜਸ ਵੀ ਰਿਪਰੈਜ਼ੈਂਟ ਕਰਦੇ ਹਾਂ, ਜਿਨ੍ਹਾਂ ਵਿੱਚ ਆਪਾਂ ਕਾਫੀ ਸਾਰੇ ਸਟੂਡੈਂਟ ਨੂੰ ਸਕਾਲਰਸ਼ਿਪ ਆਪਸ਼ਨਸ ਵੀ ਦਿੰਦੇ ਹਾਂ, ਰਾਈਟ। ਬਟ ਅਗਰ ਗੱਲ ਕਰੀਏ ਇਹਨਾਂ ਤਿੰਨਾਂ ਕਾਲਜਸ ਦੀ,
ਕੋਈ ਐਸ ਚ ਨਹੀਂ ਕਿ ਆਈਡੀਪੀ ਨੇ ਇਹਨਾਂ ਨੂੰ ਫੋਰਸ ਕੀਤਾ ਕਿ ਇਹਨਾਂ ਤਿੰਨਾਂ ਕਾਲਜਸ ਲਈ ਜਾਓ। ਐਂਡ ਆਈ ਥਿੰਕ ਇੱਕ ਚੀਜ਼ ਜਿਹੜੀ ਹੈ ਉਹ ਇਸ ਚੀਜ਼ ਨੂੰ ਬਿਲਕੁਲ ਕਲੀਅਰ ਜਸਟੀਫਾਈ ਕਰਦੀ ਹੈ ਕਿ ਇਹ ਜਿਹੜੇ ਤਿੰਨੇ ਕਾਲਜਸ ਹੈਗੇ ਆ ਇਹ ਗਵਰਨਮੈਂਟ ਰੈਕੋਗਨਾਈਜ਼ਡ ਹੈਗੇ ਸੀਗੇ, ਪਲੱਸ ਅਗਰ ਆਪਾਂ ਗੱਲ ਕਰੀਏ ਤਾਂ ਇਹ DLI ਨੰਬਰ ਵੀ ਹੈਗਾ ਸੀ। ਸੋ ਆਈ ਥਿੰਕ ਇਹ ਇਟਸੈਲਫ ਹੀ ਸਭ ਕੁਝ ਕਲੀਅਰ ਕਰ ਦਿੰਦਾ। ਜੀ ਬਿਲਕੁਲ ਤੁਸੀਂ ਸਹੀ ਕਿਹਾ, ਤੇ ਅਸੀਂ ਹੋਰ ਵੀ ਸਵਾਲ ਆਪਣੇ ਦਰਸ਼ਕਾਂ ਨਾਲ ਜੁੜੇ, ਆਪਣੇ ਸਟੂਡੈਂਟਸ ਦੇ ਜਿਹੜੇ ਸਾਡੇ ਕੋਲ ਸਵਾਲ ਆਉਂਦੇ ਨੇ ਉਹ ਇਸ ਸ਼ੋਅ ਵਿੱਚ ਸ਼ਾਮਿਲ ਜ਼ਰੂਰ ਕਰ ਰਹੇ ਹਾਂ, ਤੇ ਨਾਲ ਦੀ ਨਾਲ ਲਗਾਤਾਰ ਜੋ ਨੰਬਰ ਵੀ ਡਿਸਪਲੇ ਹੋ ਰਿਹਾ ਤੁਸੀਂ ਇਸ ਉੱਪਰ ਕਾਲ ਕਰਕੇ ਵੀ ਆਪਣੀ ਜੋ ਤੁਹਾਡੀ ਕੁਐਰੀਜ਼ ਨੇ ਉਸਨੂੰ ਕਲੀਅਰ ਕਰ ਸਕਦੇ ਹੋ ਜੀ। ਅਗਰ ਆਪਾਂ ਗੱਲ ਕਰ ਰਹੇ ਹਾਂ ਕਿ ਹੁਣ ਚਲੋ ਕਾਲਜਸ ਬੰਦ ਹੋ ਗਏ, ਸਟੂਡੈਂਟ ਪਰੇਸ਼ਾਨ ਹੋ ਰਹੇ ਨੇ, ਅਸੀਂ ਜਿਵੇਂ ਜਾਣਦੇ ਹਾਂ ਕਿ IDP ਕੰਪਨੀ ਕਈ ਸਾਲਾਂ ਤੋਂ ਸਟੂਡੈਂਟਸ ਨੂੰ ਸਰਵਿਸਿਜ਼ ਪ੍ਰੋਵਾਈਡ ਕਰਵਾ ਰਹੀ ਹੈ, ਤਾਂ ਅੱਜ ਦੇ ਟਾਈਮ ਵਿੱਚ ਤੁਸੀਂ ਸਟੂਡੈਂਟਸ ਨੂੰ ਚਲੋ ਹੁਣ ਵੀ ਜਿਹੜੇ ਸਟੂਡੈਂਟਸ ਇਫੈਕਟਡ ਨੇ ਕਿਊਬਿਕ ਦੇ ਉਹਨਾਂ ਨੂੰ ਹੈਲਪ ਤਾਂ ਕਰ ਰਹੇ ਹੋ, ਇਸ ਦੇ ਇਲਾਵਾ ਹੋਰ ਕਿਸ ਤਰੀਕੇ ਨਾਲ ਇਸ ਚੀਜ਼ ਦੇ ਵਿੱਚ ਸਟੂਡੈਂਟਸ ਦਾ ਸਾਥ ਦੇ ਰਹੇ ਹੋ? ਅਗਰ ਆਪਾਂ ਕੈਨੇਡਾ ਗਵਰਨਮੈਂਟ ਦੀ ਗੱਲ ਕਰ ਲਈਏ ਕਿ ਤੁਸੀਂ ਉਹਨਾਂ ਨਾਲ ਵੀ ਤੁਹਾਡੀ ਕੰਪਨੀ ਵੱਲੋਂ ਰਾਬਤਾ ਕਾਇਮ ਕੀਤਾ ਗਿਆ, ਉੱਥੇ ਵੀ ਕੁਝ ਨਾ ਕੁਝ ਮੂਵਮੈਂਟ ਕੀਤੀ ਜਾ ਰਹੀ ਹੈ? ਡੈਫੀਨੇਟਲੀ ਅਗਰ ਤੁਹਾਨੂੰ ਇਹ ਵੀ ਪਤਾ ਕਿ ਸਟੂਡੈਂਟਸ ਨੇ ਕੈਨੇਡਾ ਵਿੱਚ ਕੇਸ ਫਾਈਲ ਕੀਤਾ ਹੋਇਆ ਤੇ ਸਾਡੀ ਜਿਹੜੀ ਕੰਪਨੀ ਹੈ ਆਲਰੇਡੀ ਲਾਇਰਸ ਦੇ ਨਾਲ ਇਨ ਟੱਚ ਹੈ। ਬਿਲਕੁਲ, ਜਿਵੇਂ ਅਸੀਂ ਦੇਖ ਰਹੇ ਹਾਂ ਕਿ ਤੁਸੀਂ ਸਟੂਡੈਂਟਸ ਨੂੰ ਸਰਵਿਸਿਜ਼ ਤਾਂ ਪ੍ਰੋਵਾਈਡ ਕਰਵਾ ਰਹੇ ਹੋ ਜਿਹੜੇ ਵੀ ਕਿਊਬਿਕ ਇਫੈਕਟਡ ਸਟੂਡੈਂਟਸ ਨੇ, ਪਰ ਇਸ ਦੇ ਨਾਲ ਹੀ ਅਗਰ ਆਪਾਂ ਕੈਨੇਡਾ ਵਿੱਚ ਗੱਲ ਕਰ ਲਈਏ, ਕਿਊਬਿਕ ਦੀ ਗੱਲ ਕਰ ਲਈਏ, ਉੱਥੇ ਤੁਸੀਂ ਕਿਸ ਤਰੀਕੇ ਨਾਲ ਇਹਨਾਂ ਚੀਜ਼ਾਂ ਨੂੰ ਦੇਖ ਰਹੇ ਹੋ ਕਿ ਤਾਂ ਕਿ ਜਿਹੜੇ ਕਾਲਜਸ ਬੰਦ ਹੋ ਗਏ ਨੇ ਜਾਂ ਅੱਗੋਂ ਵੀ ਇਸ ਤਰ੍ਹਾਂ ਦੀ ਸਟੂਡੈਂਟਸ ਨੂੰ ਪਰੇਸ਼ਾਨੀ ਨਾ ਆਵੇ, ਕਿਵੇਂ ਸਟੂਡੈਂਟਸ ਦਾ ਸਾਥ ਦੇ ਰਹੇ ਹੋ? ਦੇਖੋ ਜਿਹੜੇ ਇਹ ਸਟੂਡੈਂਟਸ ਇਹਨਾਂ ਕਾਲਜਸ ਤੋਂ ਇਫੈਕਟਡ ਹੈਗੇ, ਚਾਹੇ ਉਹ ਕੈਨੇਡਾ ਜਾਂ ਇੰਡੀਆ ਵਿੱਚ ਹੈਗੇ ਆ, ਇਹਨਾਂ ਸਾਰਿਆਂ ਨੇ ਆਪਣਾ ਕੋਰਟ ਵਿੱਚ ਕੇਸ ਫਾਈਲ ਕੀਤਾ ਹੋਇਆ। IDP ਜਿਹੜੇ ਲਾਇਰਸ ਹੈਗੇ ਆ ਉਹਨਾਂ ਦੇ ਨਾਲ ਰੈਗੂਲਰ ਇਨ ਟੱਚ ਵਿੱਚ ਹੈਗੀ ਹੈ। ਲਾਈਕ ਕੋਈ ਵੀ ਨਵੇਂ ਅਪਡੇਟਸ ਆਉਂਦੇ ਆ ਸਟੂਡੈਂਟਸ ਨੂੰ ਲੈ ਕੇ ਜਾਂ ਕੋਈ ਵੀ ਨਿਊ ਅਪਡੇਟਸ ਆ ਫॉर द ਕਾਲਜਸ, ਸੋ IDP ਪੂਰਾ ਆਪਣਾ ਟੀਮ ਨਾਲ ਆਪਣੇ ਸਟੂਡੈਂਟਸ ਨਾਲ ਸ਼ੇਅਰ ਕਰ ਰਿਹਾ ਸੋ ਦੈਟ ਸਾਡਾ ਕਿਤੇ ਵੀ ਸਟੂਡੈਂਟਸ ਨਾਲ ਮਿਸ ਮੈਨੇਜਮੈਂਟ ਨਾ ਹੋਏ ਜਾਂ ਕੋਈ ਗੈਪ ਨਾ ਆਏ, ਰਾਈਟ। ਪਲੱਸ ਅਗਰ ਆਪਾਂ ਦੇਖੀਏ ਕਿ ਜਿਹੜੇ ਸਟੂਡੈਂਟਸ ਆਲਰੇਡੀ ਤੁਸੀਂ ਕਿਹਾ ਕਿ ਕੈਨੇਡਾ ਦੇ ਵਿੱਚ ਵੀ ਹੈਗੇ, IDP ਉਹਨਾਂ ਨੂੰ ਕਿੱਦਾਂ ਸਪੋਰਟ ਕਰ ਰਿਹਾ ਹੈ। ਦੇਖੋ ਵੈਸੇ ਤਾਂ ਇਹ ਜਿਹੜੇ ਤਿੰਨੇ ਕਾਲਜਸ ਹੈਗੇ ਆ ਇੱਕ ਨਿਊ ਕੰਪਨੀ ਨੇ ਟੇਕ ਓਵਰ ਕਰ ਲਏ ਹੋਏ ਆ, ਰਾਈਟ। ਪਲੱਸ ਫਿਰ ਵੀ ਅਗਰ ਸਟੂਡੈਂਟਸ ਨੂੰ ਇਹਨਾਂ ਸਟੂਡੈਂਟਸ ਨੂੰ ਵੀ ਕੋਈ ਪ੍ਰੋਬਲਮ ਆ ਰਹੀ ਆ ਤਾਂ ਇਹ ਆਪਸ਼ਨ ਜਿਹੜਾ ਅਸੀਂ ਦਿੱਤਾ ਸਟੂਡੈਂਟਸ ਨੂੰ, ਜਿਹੜਾ ਗਵਰਨਮੈਂਟ ਕਾਲਜ ਵਿੱਚ ਅਸੀਂ ਆਪਸ਼ਨ ਦਿੱਤਾ, ਇਹ ਉਹਨਾਂ ਲਈ ਵੀ ਹੈਗਾ। ਜੇ ਉਹ ਕਰਨਾ ਚਾਹੁੰਦੇ ਆਪਣਾ ਕੋਰਸ ਤਾਂ ਉਹ ਆਪਣੀ ਐਪਲੀਕੇਸ਼ਨ ਅਪਲਾਈ ਕਰ ਸਕਦੇ IDP ਦੇ ਥਰੂ। ਓਕੇ, ਠੀਕ ਹੈ, ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਸਾਡੇ ਦਰਸ਼ਕ ਵੀ ਇਸ ਸ਼ੋਅ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਕਰ ਰਹੇ ਹਾਂ ਇਸ ਚਰਚਾ ਨੂੰ ਧਿਆਨ ਨਾਲ ਜ਼ਰੂਰ ਵੇਖਣ ਅਤੇ ਸੁਣਨ, ਕਿਉਂਕਿ ਅਸੀਂ ਜਿਵੇਂ ਅੱਜ ਦੇ ਟਾਈਮ ਵਿੱਚ ਦੇਖ ਰਹੇ ਹਾਂ ਕਿ ਅਗਰ ਕਾਲਜਸ ਕਿਊਬਿਕ ਦੇ 3 ਬੰਦ ਹੋ ਗਏ ਨੇ ਤੇ ਉਸ ਤੋਂ ਬਾਅਦ ਜਿਹੜੇ ਸਟੂਡੈਂਟਸ ਪ੍ਰੋਟੈਸਟ ਕਰ ਰਹੇ ਨੇ IDP ਕੰਪਨੀ ਨੂੰ ਦੇ ਪ੍ਰੋਟੈਸਟ ਉਸ ਦੇ ਖਿਲਾਫ ਕਰ ਰਹੇ ਨੇ, ਤਾਂ ਮੈਂ ਇੱਥੇ ਜਾਣਨਾ ਚਾਹੂੰਗੀ ਕਿ ਤੁਸੀਂ ਸਟੂਡੈਂਟਸ ਨੂੰ ਕਿਵੇਂ ਸਮਝਾਉਣਾ ਚਾਹੋਗੇ ਤਾਂ ਕਿ ਸਟੂਡੈਂਟਸ ਨੂੰ ਸਭ ਤੋਂ ਪਹਿਲਾਂ ਇਹ ਗੱਲ ਕਲੀਅਰ ਹੋਵੇ ਕਿ ਅਸਲੀ ਗੁਨਾਹਗਾਰ IDP ਨਹੀਂ ਹੈ, ਐਕਚੁਅਲ 'ਚ ਸਟੂਡੈਂਟਸ ਨੂੰ ਕਿਸ ਸੋਚ ਤੇ ਚੱਲਣਾ ਚਾਹੀਦਾ? ਹੁਣ ਦੇਖੋ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿੰਨਾ ਏਜੰਟ IDP ਦੀ ਆਪਾਂ ਗੱਲ ਕਰ ਰਹੇ ਕਿ IDP ਦੇ ਥਰੂ ਇਹ ਸਟੂਡੈਂਟਸ ਹੈਗੇ ਆ, ਇਹ ਸਭ ਨੂੰ ਸਮਝ ਹੈ ਕਿ ਸਿਰਫ IDP ਦੇ ਥਰੂ ਇਹ ਸਟੂਡੈਂਟਸ ਨੇ ਫਾਈਲ ਨਹੀਂ ਕੀਤਾ, 501 ਸਟੂਡੈਂਟਸ ਆ ਆਲ ਅਕ੍ਰੋਸ, ਤੇ ਸਭ ਨੂੰ ਇਹ ਕਲੀਅਰ ਹੈ ਪਿਕਚਰ ਕਿ ਇਹ ਸਟੂਡੈਂਟ IDP ਦੇ ਨਹੀਂ ਹੈਗੇ ਸਿਰਫ, ਇਹ ਸਭ ਨਾਲ ਹੈ ਬਿਕਾਜ਼ ਇਹ ਕਾਲਜਸ ਆਈ ਥਿੰਕ ਮੇਜਰਲੀ एवरीवन ਰਿਪਰੈਜ਼ੈਂਟ ਦੈਟ ਕਾਲਜਸ, ਬਟ IDP ਸਿਰਫ ਉਹਨਾਂ ਕਾਲਜਸ ਨੂੰ ਰਿਪਰੈਜ਼ੈਂਟ ਕਰਦਾ ਜਿਹੜੇ ਯੂ نو ਗਵਰਨਮੈਂਟ ਰੈਕੋਗਨਾਈਜ਼ਡ ਕਾਲਜਸ ਹੈਗੇ। ਅਸੀਂ ਕੋਈ ਵੀ ਕਾਲਜ ਇਦਾਂ ਦਾ ਪ੍ਰਮੋਟ ਹੀ ਨਹੀਂ ਕਰਦੇ। ਤੁਸੀਂ ਅਗਰ ਸਾਡੀ ਲਿਸਟ ਦੇਖੋਗੇ ਕਾਲਜਸ ਦੀ ਜਾਂ ਯੂਨੀਵਰਸਿਟੀਜ਼ ਦੀ, ਬਿਲਕੁਲ ਸਾਰੇ ਰੈਕੋਗਨਾਈਜ਼ਡ ਕਾਲਜਸ ਤੇ ਯੂਨੀਵਰਸਿਟੀਜ਼ ਹੈਗੇ ਆ, ਬਟ ਅਦਰਵਾਈਜ਼ ਆਈ ਡੋਂਟ ਵਾਂਟ ਟੂ ਕਮੈਂਟ ਔਨ ਐਨੀਵਨ ਐਲਸ, ਬਟ ਯੈਸ ਅਸੀਂ ਸਟੂਡੈਂਟਸ ਦੇ ਨਾਲ ਆ। ਅਗਰ ਸਟੂਡੈਂਟਸ ਨੂੰ ਕੋਈ ਸਪੋਰਟ ਚਾਹੀਦੀ ਹੈ ਕਿਸੇ ਵੀ ਤਰ੍ਹਾਂ ਦੀ, ਦੇਖੋ ਹੁਣ IDP ਸਿਰਫ ਟਿਊਸ਼ਨ ਫੀ ਲਈ ਨਹੀਂ ਹੈਲਪ ਕਰ ਰਿਹਾ ਸਟੂਡੈਂਟਸ ਨੂੰ, ਅਪਾਰਟ ਫਰਮ ਦੈਟ ਜਿਹੜੇ ਸਟੂਡੈਂਟਸ ਨੇ IELTS ਦਾ ਐਗਜ਼ਾਮ ਦੁਬਾਰਾ ਦੇਣਾ ਹੈ, ਜਿਹੜੇ ਕਿਊਬਿਕ ਤੋਂ ਇਫੈਕਟਡ ਹੈ, ਤੇ ਉਹ ਸਿਰਫ IDP ਦੇ ਸਟੂਡੈਂਟਸ ਦੀ ਗੱਲ ਨਹੀਂ ਕਰ ਰਹੇ ਆਪਾਂ IELTS ਦੇ, ਉਹ ਕਿਊਬਿਕ ਦੇ ਜਿੰਨੇ ਵੀ ਕਾਲਜਸ ਹਾਂਜੀ, ਤੇ ਉਹਨਾਂ ਨੂੰ IDP ਇਹ ਆਪਸ਼ਨ ਦੇ ਰਿਹਾ ਕਿ ਅਗਰ ਤੁਸੀਂ ਦੁਬਾਰਾ ਆਪਣਾ IELTS ਦਾ ਐਗਜ਼ਾਮ ਦੇਣਾ ਤਾਂ ਤੁਹਾਨੂੰ ਉਹਦੀ ਫੀਸ ਦੇਣ ਦੀ ਵੀ ਜ਼ਰੂਰਤ ਨਹੀਂ ਹੈ। ਪਲੱਸ ਜਿਹੜੇ IDP ਦੇ ਸਟੂਡੈਂਟਸ ਆ, ਤੁਹਾਨੂੰ ਮੈਂ ਦੱਸਿਆ ਕਿ 1 ਸਾਲ ਦੀ ਜਿਹੜੀ ਟਿਊਸ਼ਨ ਫੀ ਆ ਉਹ ਸਟੂਡੈਂਟਸ ਨੂੰ ਪੇ ਨਹੀਂ ਕਰਨੀ ਆ, ਉਹ ਉਹਨਾਂ ਦੀ ਵੇਵਡ ਆਫ ਹੈ। ਪਲੱਸ ਸੈਕੰਡ ਈਅਰ ਦੇ ਵਿੱਚ ਵੀ ਉਹਨਾਂ ਕੋਲ ਆਪਸ਼ਨ ਆ 2 ਤੋਂ 3 ਲੱਖ ਦੀ ਜਿਹੜੀ ਟਿਊਸ਼ਨ ਫੀ ਆ ਉਹ ਵੀ ਵੇਵਡ ਆਫ ਹੈਗੀ ਆ। ਤੋ ਅਪਾਰਟ ਫਰਮ ਦਿਸ ਜਿਹੜੀ ਐਮਬੈਸੀ ਫੀ ਹੈ ਸਟੂਡੈਂਟਸ ਦੀ, ਉਹ ਵੀ IDP ਆਪ ਦੇਵੇਗਾ। ਪਲੱਸ ਜਿਹੜਾ IELTS ਦਾ ਐਗਜ਼ਾਮ ਆ ਉਹ ਦੁਬਾਰਾ ਆਪਣਾ ਦੇ ਸਕਦੇ ਆ, ਤੇ ਇਹ ਆਪਸ਼ਨ ਜਿਹੜੀ ਹੈਗੀ ਹੈ ਫਾਲ ਇਨਟੇਕ ਵਾਸਤੇ ਆ। ਠੀਕ ਹੈ ਜੀ। ਤੇ ਆਈ ਥਿੰਕ ਮੈਂ ਸਟੂਡੈਂਟਸ ਨੂੰ ਇਹੀ ਰეკਮੈਂਡ ਕਰੂੰਗੀ, ਇਨਸਟੈਡ ਆਫ ਤੁਸੀਂ ਜਿਹੜਾ ਪ੍ਰੋਟੈਸਟ ਕਰ ਰਹੇ ਹੋ ਜਾਂ ਕੁਝ ਵੀ ਕਰ ਰਹੇ ਹੋ, ਤੁਹਾਡੇ ਲਈ ਇਹ ਆਪਸ਼ਨ ਹੈਗਾ, ਤੁਸੀਂ ਆਪਦਾ ਟਾਈਮਲੀ ਆਪਣਾ ਕੇਸ ਪ੍ਰੋਸੀਡ ਕਰੋ ਸੋ ਦੈਟ ਤੁਹਾਡਾ ਅੱਗੇ ਗੈਪ ਨਾ ਆਏ। ਜਿੰਨਾ ਗੈਪ ਹੋਏਗਾ ਫਿਰ ਉਹਨਾਂ ਤੁਹਾਡੇ ਵੀਜ਼ਾਸ 'ਚ ਵੀ ਗੈਪ ਆਏਗਾ, ਪ੍ਰੋਬਲਮ ਆਏਗੀ, ਤਾਂ ਆਈ ਥਿੰਕ ਬੈਟਰ ਆਪਸ਼ਨ ਇਹ ਹੈ ਕਿ ਉਹ ਆਪਣਾ ਫਾਲ ਇਨਟੇਕ ਵਾਸਤੇ ਆਪਣਾ ਕੇਸ ਪ੍ਰੋਸੀਡ ਕਰਨ। ਜੀ ਬਿਲਕੁਲ। ਸੋ ਇਸੇ ਲਈ ਇਹ ਇੱਕ ਭਰੋਸੇ ਦੀ ਇਸ ਤੋਂ ਵੱਡੀ ਹੋਰ ਆਪਾਂ ਗੱਲ ਕੀ ਕਹਿ ਸਕਦੇ ਹਾਂ ਕਿ ਚਾਹੇ ਉੱਥੇ ਕਾਲਜਸ ਬੰਦ
ਹੋ ਗਏ ਨੇ ਉਸ ਤੋਂ ਬਾਅਦ ਵੀ ਆਈਡੀਪੀ ਕੰਪਨੀ ਜੋ ਹੈ ਸਟੂਡੈਂਟਸ ਦਾ ਸਾਥ ਦੇ ਰਹੀ ਹੈ, ਕਈ ਤਰ੍ਹਾਂ ਦੀ ਸਰਵਿਸਿਜ਼ ਦਿੱਤੀਆਂ ਜਾ ਰਹੀਆਂ ਖਾਸ ਤੌਰ ਤੇ ਕਿਊਬਿਕ ਅਫੈਕਟਡ ਸਟੂਡੈਂਟਸ ਨੂੰ, ਤਾਂ ਕਿ ਉਹਨਾਂ ਨੂੰ ਈਜ਼ੀਲੀ ਜੋ ਹੈ ਅੱਗੋਂ ਉਹਨਾਂ ਦਾ ਵੀਜ਼ਾ ਲੱਗ ਜਾਏ ਤੇ ਉਹ ਆਪਣੇ ਸੁਪਨੇ ਪੂਰੇ ਕਰ ਸਕਣ। ਆਪਾਂ ਹੁਣ ਅਗਰ ਗੱਲ ਕਰੀਏ, ਅਗਰ ਸਟੂਡੈਂਟਸ ਹੁਣ ਕਮਿੰਗ ਇਨਟੇਕ ਵਿੱਚ ਅਪਲਾਈ ਕਰਦੇ ਨੇ, ਪਰ ਇਨ ਕੇਸ ਅਗਰ ਉਹਨਾਂ ਦਾ ਸੈਪਟੈਂਬਰ ਇਨਟੇਕ ਵਿੱਚ ਵੀਜ਼ਾ ਨਹੀਂ ਆਉਂਦਾ ਤਾਂ ਗੈਪ ਵੀ ਉਹਨਾਂ ਦਾ ਵੱਧਦਾ ਜਾ ਰਿਹਾ ਹੈ। ਉਹ ਸਟੂਡੈਂਟਸ ਹੁਣ ਕਿਹਨਾਂ ਚੀਜ਼ਾਂ ਤੇ ਫੋਕਸ ਕਰਨ, ਤੇ ਅਗਰ ਇਨ ਕੇਸ ਸੈਪਟੈਂਬਰ ਵਿੱਚ ਉਹਨਾਂ ਦਾ ਵੀਜ਼ਾ ਨਹੀਂ ਆਉਂਦਾ ਤਾਂ ਅੱਗੋਂ ਉਹਨਾਂ ਦਾ ਕੀ ਬਣੇਗਾ? ਦੇਖੋ ਫਿਊਚਰ ਦਾ ਤਾਂ ਹਲੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ, ਬਿਕਾਜ਼ ਆਪਾਂ ਨੂੰ ਪਤਾ ਕਿ ਆਪਾਂ ਕੋਵਿਡ ਟਾਈਮ ਤੇ ਵੀ ਕਾਫੀ ਕੁਝ ਫੇਸ ਕੀਤਾ ਹੈ, ਬਟ ਉਹਦੀ ਲਰਨਿੰਗ ਹੈ ਇੱਕ ਕਿ ਦੇਖੋ ਅਗਰ ਆਪਾਂ ਕੇਸ ਨੂੰ ਟਾਈਮਲੀ ਫਾਈਲ ਕਰਾਂਗੇ ਤਾਂ ਵੀਜ਼ਾ ਆਉਣ ਦੇ ਵੀ ਚਾਂਸਸ ਪੂਰੇ ਹੈਗੇ ਆ, ਠੀਕ ਹੈ, ਬਿਕਾਜ਼ ਹਲੇ ਵੀ ਸਟੂਡੈਂਟ ਸੈਪਟੈਂਬਰ ਦੇ ਕੇਸਿਸ ਲਈ ਕੇਸ ਫਾਈਲ ਕਰ ਰਹੇ ਆ ਤੇ ਸਾਡੇ ਕੋਲ ਟਾਈਮ ਹੈ, ਹਲੇ ਡੈਡਲਾਈਨ ਵੀ ਕ੍ਰੋਸ ਨਹੀਂ ਹੋਈ। ਤਾਂ ਆਈ ਥਿੰਕ ਮੈਂ ਸਿਰਫ ਇਨਕਰੇਜ ਹੀ ਕਰ ਸਕਦੀ ਹਾਂ ਸਟੂਡੈਂਟਸ ਨੂੰ ਕਿ ਉਹ ਆਪਣਾ ਟਾਈਮਲੀ ਆਪਣੇ ਕੇਸਿਸ ਨੂੰ ਫਾਈਲ ਕਰਨ, ਇੰਸਟੈਡ ਕਿ ਉਹ ਵੇਟ ਕਰਨ ਕਿ ਇੱਦਾਂ ਹੋਏਗਾ ਜਾਂ ਉੱਦਾਂ ਹੋਏਗਾ, ਉਹ ਫਿਊਚਰ 'ਚ ਹੈ। ਬਟ ਯੈਸ, ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਵੀਜ਼ਾ ਦੇ ਵਿੱਚ ਜਾਂ ਵੀਜ਼ਾ ਰਿਜੈਕਟ ਹੁੰਦਾ, ਆਈਡੀਪੀ ਵਿਲ ਬੀ ਡੈਫੀਨਿਟਲੀ ਬੀ ਸਟੈਂਡਿੰਗ ਵਿਦ ਦ ਸਟੂਡੈਂਟਸ, ਉਹਨਾਂ ਨੂੰ ਪੂਰਾ ਸਪੋਰਟ ਕਰੇਗਾ। ਤੇ ਇੱਥੇ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਕਿ ਜਿਹੜੇ ਸਟੂਡੈਂਟਸ ਹੁਣ ਸਪੈਸ਼ਲੀ ਆਪਾਂ ਕਿਊਬਿਕ ਸਟੂਡੈਂਟਸ ਦੀ ਗੱਲ ਕਰ ਰਹੇ ਹਾਂ, ਤਾਂ ਉਹਨਾਂ ਨੂੰ ਕਿਆ ਉਹਨਾਂ ਦੀ ਜਿਹੜੀ ਡਾਕੂਮੈਂਟੇਸ਼ਨ ਦੀ ਗੱਲ ਕਰੀਏ, ਕਿਆ ਕੁਝ ਅਲੱਗ ਤੋਂ ਉਹਨਾਂ ਨੂੰ ਹੁਣ ਪੇਪਰ ਵਰਕ ਆਪਣਾ ਕਰਨਾ ਪਏਗਾ? ਦੇਖੋ ਪੇਪਰ ਵਰਕ ਕੁਝ ਨਹੀਂ ਕਰਨਾ, ਉਹਨਾਂ ਨੂੰ ਸਿਰਫ ਆਪਣਾ ਆ ਕੇ ਐਪਲੀਕੇਸ਼ਨ ਬਣਾਉਣੀ ਹੈ, ਠੀਕ ਹੈ। ਉਹ ਉਹਨਾਂ ਨੂੰ ਪ੍ਰੋਸੈਸ ਪਤਾ ਕਿ ਐਪਲੀਕੇਸ਼ਨ ਦੇ ਵਿੱਚ ਕਿਹੜੇ ਡਾਕੂਮੈਂਟਸ ਹੈ, ਬਟ ਫਿਰ ਵੀ ਇੱਕ ਵਾਰੀ ਆ ਕੇ ਉਹ ਆਪਣੀ ਕਾਉਂਸਲਰਸ ਨੂੰ ਫੇਸ ਟੂ ਫੇਸ ਮਿਲਣ, ਸੋ ਦੈਟ ਉਹਨਾਂ ਦੇ ਐਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਕੋਈ ਵੀ ਪ੍ਰੋਬਲਮ ਨਾ ਆਏ। ਤੇ ਐਜ਼ ਆਈ ਸੈਡ, ਆਪਣਾ ਜੇ ਕੋਈ ਗੈਪ ਵੀ ਹੈ ਉਹਨੂੰ ਆਪਾਂ ਉਹਦੇ ਵਾਸਤੇ ਸਟੇਟਮੈਂਟ ਆਫ ਪਰਪਸ ਹਰ ਸਟੂਡੈਂਟ ਦਾ ਰੈਡੀ ਕਰਾਂਗੇ, ਸੋ ਦੈਟ ਉਹ 'ਚ ਆਪਾਂ ਜਸਟੀਫਾਈ ਕਰ ਸਕੀਏ ਕਿ ਸਟੂਡੈਂਟ ਦਾ ਗੈਪ ਕਿਉਂ ਹੈ, ਸੋ ਦੈਟ ਉਹਨਾਂ ਦੇ ਵੀਜ਼ਾ ਵਿੱਚ ਕੋਈ ਪ੍ਰੋਬਲਮ ਨਾ ਆਏ ਐਜ਼ ਸੱਚ, ਕਿ ਉਹ ਕਿਉਂ ਜਾ ਰਹੇ ਆ, ਕੀ ਰੀਜ਼ਨ ਹੈ ਗੈਪ ਦਾ, ਉਹਨਾਂ ਦੇ ਫਿਊਚਰ ਪਲਾਨਸ ਕੀ ਹੈ। ਸੋ ਆਈ ਥਿੰਕ ਇਹੀ ਕਹਿ ਸਕਦੇ ਹਾਂ ਕਿ ਇੱਕ ਵਾਰੀ ਆ ਕੇ ਆਪਣਾ ਟਾਈਮਲੀ ਕਾਉਂਸਲਰ ਨਾਲ ਡਿਸਕਸ ਕਰੋ ਤੇ ਡਾਕੂਮੈਂਟੇਸ਼ਨ ਆਪਣਾ ਪ੍ਰੋਸੀਡ। ਜੀ 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 ਬਿਲਕੁਲ। ਤੇ ਇੱਕ ਸਵਾਲ ਹੋਰ ਕਿ ਜਿਹੜੇ ਕਾਲਜਸ ਬੰਦ ਹੋ ਗਏ, ਜਿਹੜੇ ਸਟੂਡੈਂਟਸ ਆਲਰੇਡੀ ਉੱਥੇ ਉਹਨਾਂ ਦਾ ਸਟੱਡੀ ਕੋਰਸ ਜੋ ਵੀ ਡਿਪਲੋਮਾ ਚੱਲ ਰਿਹਾ ਸੀਗਾ, ਤਾਂ ਉਹ ਸਟੂਡੈਂਟਸ ਹੁਣ ਕੀ ਕੰਟੀਨਿਊ ਕਿਸੇ ਹੋਰ ਕਾਲਜ ਦੇ ਨਾਲ ਕਰਨਗੇ ਜਾਂ ਫਿਰ ਸੇਮ ਕਾਲਜ ਤੋਂ ਹੀ ਉਹਨਾਂ ਨੂੰ ਫਰਦਰ ਅੱਗੋਂ ਉਹਨਾਂ ਦੀ ਡਿਗਰੀਆਂ ਸਰਟੀਫਿਕੇਟਸ ਮਿਲਣਗੇ? ਦੇਖੋ ਮੈਂ ਤੁਹਾਨੂੰ ਅੱਗੇ ਵੀ ਇਹ ਚੀਜ਼ ਦੱਸੀ ਆ ਕਿ ਜਿਹੜੇ ਕਾਲਜਸ ਹੈਗੇ ਆ ਇਹ ਨਿਊ ਕੰਪਨੀ ਨੇ ਟੇਕ ਓਵਰ ਕਰ ਲਏ ਹੋਏ ਆ, ਤੇ ਉਹ ਉਹਨਾਂ ਨਾਲ ਇਨ ਟੱਚ ਹੋਣ, ਸੋ ਦੈਟ ਅਗਰ ਉਹਨੇ ਆਪਣਾ ਅੱਗੇ ਕੋਰਸ ਕੰਟੀਨਿਊ ਕਰਨਾ ਤੇ ਉਹ ਆਪਣਾ ਕੋਰਸ ਅੱਗੇ ਕੰਟੀਨਿਊ ਕਰ ਸਕਦੇ ਆ, ਠੀਕ ਹੈ, ਕੋਈ ਪ੍ਰੋਬਲਮ ਨਹੀਂ ਹੈ। ਬਟ ਫਿਰ ਵੀ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆ ਰਹੀ ਆ, IDP is there to support them for their course for those students also। ਜੀ ਬਿਲਕੁਲ। ਤੇ ਜਦੋਂ ਆਪਾਂ ਗੱਲ ਕਰਦੇ ਹਾਂ ਕਿਸੇ ਵੀ ਤਰ੍ਹਾਂ ਦੇ ਵੀਜ਼ਾ ਲਗਾਉਣ ਦੀ, ਆਪਾਂ ਇਮੀਗ੍ਰੇਸ਼ਨ ਬਿਜ਼ਨਸ ਦੀ ਗੱਲ ਕਰੀਏ ਤਾਂ ਬਹੁਤ ਸਾਰੀ ਇਮੀਗ੍ਰੇਸ਼ਨ ਕੰਪਨੀਆਂ ਨੇ, ਪਰ IDP ਕੰਪਨੀ ਦਾ ਨਾਮ ਬਹੁਤ ਹੈ ਲੇਕਿਨ ਇਮੀਗ੍ਰੇਸ਼ਨ ਕੰਪਨੀ ਨਹੀਂ ਹੈ। ਤਾਂ ਮੈਂ ਇਸ ਦੇ ਬਾਰੇ ਹੋਰ ਡਿਟੇਲ ਵੀ ਜਾਣਨਾ ਚਾਹੂੰਗੀ ਕਿ IDP ਕੰਪਨੀ ਕੀ ਹੈ ਔਰ ਕਿਸ ਤਰੀਕੇ ਨਾਲ ਅਲੱਗ ਤੋਂ ਆਪਣਾ ਇੱਕ ਵਿਜ਼ਨ ਲੈ ਕੇ ਚੱਲ ਰਹੇ ਨੇ, ਕਿਸ ਤਰ੍ਹਾਂ ਦੀ ਸਟੂਡੈਂਟਸ ਦੀ ਸੋਚ ਨਾਲ ਸੋਚ ਮਿਲਾ ਕੇ ਅੱਗੇ ਵਧ ਰਹੇ ਨੇ। ਦੇਖੋ IDP ਦੀ ਜਿਹੜੀ ਵਿਜ਼ਨ ਹੈਗੀ ਹੈ, ਸਭ ਤੋਂ ਪਹਿਲਾਂ ਤਾਂ ਇਹੀ ਵਿਜ਼ਨ ਹੈ ਕਿ ਟੂ ਫੁਲਫਿਲ ਦ ਡ੍ਰੀਮ ਆਫ ਸਟੂਡੈਂਟਸ, ਰਾਈਟ? ਜੀ ਜੀ। IDP ਜਿਹੜੀ ਕੰਪਨੀ ਹੈ ਇਹ 50 ਇਅਰਸ 올ਡ ਕੰਪਨੀ ਹੈਗੀ ਹੈ। ਵੀ ਆਰ ਅ ਗਲੋਬਲ ਲੀਡਰ ਇਨਟੂ ਐਜੂਕੇਸ਼ਨ, ਸੋ ਵੀ ਆਰ ਪਲੇਸਡ ਗਲੋਬਲੀ ਅਕ੍ਰੋਸ ਦ ਵਰਲਡ ਆਲਸੋ, ਰਾਈਟ? ਡਿਫਰੈਂਟ ਲਾਈਕ 30 ਕੰਟਰੀਜ਼ ਦੇ ਵਿੱਚ ਅਸੀਂ ਪਲੇਸਡ ਹੈਗੇ ਆ, ਪਲੱਸ ਇੰਡੀਆ ਦੇ ਵਿੱਚ ਸਾਡੇ 68 ਪਲੱਸ ਸਿਟੀਜ਼ ਦੇ ਵਿੱਚ ਆਫਿਸਿਸ ਹੈਗੇ ਆ, ਐਂਡ ਪੰਜਾਬ ਦੇ ਵਿੱਚ ਸਾਡੇ 8 ਆਫਿਸਿਸ ਆ, ਜਿਹਦੇ ਵਿੱਚ ਅਸੀਂ ਸਟੂਡੈਂਟਸ ਨੂੰ ਹੈਲਪ ਕਰਦੇ ਆ ਫਰਦਰ ਐਜੂਕੇਸ਼ਨ ਵਾਸਤੇ। ਹੁਣ ਦੇਖੋ ਕਈ ਵਾਰੀ ਹਰ ਸਟੂਡੈਂਟ ਦੀ ਪ੍ਰੋਫਾਈਲ ਡਿਫਰੈਂਟ ਹੁੰਦੀ ਹੈ, ਪਲੱਸ ਉਹਨੂੰ ਅਸੀਂ ਸੁਜੈਸਟ ਵੀ ਕਰਦੇ ਹਾਂ ਕਿ ਕਿਹੜੇ ਕਾਲਜਸ ਜਾਂ ਯੂਨੀਵਰਸਿਟੀ ਸੂਟ ਕਰਦੇ ਆ, ਕੀ ਐਂਟਰੀ ਰਿਕੁਆਇਰਮੈਂਟਸ ਹੈ, ਵੀਜ਼ਾ ਲਈ ਹੈਲਪ ਕਰਦੇ ਆ ਸਟੂਡੈਂਟਸ ਨੂੰ। ਬਟ ਅਲੋਂਗ ਵਿਦ ਦੈਟ ਦੇਰ ਆਰ ਕੁਆਇਟ ਸਕਸੈਸ ਸਟੋਰੀਜ਼ ਆਫ IDP, ਜਿਹੜੇ ਕਾਫੀ ਸਾਰੇ ਸਟੂਡੈਂਟ ਸਕਾਲਰਸ਼ਿਪ ਦੇ ਥਰੂ ਵੀ IDP ਦੇ ਥਰੂ ਗਏ ਹੋਏ ਆ, ਉਹਨਾਂ ਦੀ ਅੱਛੀਆਂ ਪਲੇਸਮੈਂਟਸ ਹੋਈਆਂ ਆਫਟਰ ਐਜੂਕੇਸ਼ਨ ਆਲਸੋ। ਸੋ ਵੀ ਆਰ ਮੇਜਰਲੀ ਇਨਟੂ ਐਜੂਕੇਸ਼ਨ ਐਂਡ ਹੈਲਪਿੰਗ ਐਂਡ ਗਾਈਡਿੰਗ ਦ ਸਟੂਡੈਂਟਸ ਫॉर overseas education। and ਜਿਹੜੀ ਕੰਟਰੀਜ਼ ਮੈਂ ਤੁਹਾਨੂੰ ਦੱਸਾਂ ਅਸੀਂ ਕਰਦੇ ਹਾਂ, ਜਿਹੜੀ ਹੈਗੇ US, ਕੈਨੇਡਾ, UK, ਨਿਊਜ਼ੀਲੈਂਡ, ਆਇਰਲੈਂਡ, ਆਸਟ੍ਰੇਲੀਆ, ਇਹ ਸਾਰੀ ਕੰਟਰੀਜ਼ ਦੇ ਵਿੱਚ ਅਸੀਂ ਸਟੂਡੈਂਟਸ ਨੂੰ ਪਲੇਸ ਕਰਦੇ ਹਾਂ। ਜੀ। ਤੇ ਬਾਕੀ ਇਮੀਗ੍ਰੇਸ਼ਨ ਕੰਪਨੀਜ਼ ਤੋਂ ਤੁਸੀਂ ਆਪਣੇ ਆਪ ਨੂੰ ਡਿਫਰੈਂਟ ਦੱਸ ਦਿਓ, ਪਰ ਨਾਲ ਦੀ ਨਾਲ ਤੇ ਮੈਂ ਜਾਣਨਾ ਚਾਹੂੰਗੀ ਕਿ ਸਟੂਡੈਂਟਸ ਤੁਹਾਡੇ ਕੋਲ ਆਉਂਦੇ ਨੇ ਤਾਂ ਬਾਕੀ ਅਲੱਗ ਆਪਣੇ ਆਪ ਨੂੰ ਕਿਵੇਂ ਸੋਚਣ ਕਿ IDP ਕੋਲ ਆਇਆ ਤਾਂ ਸਾਡਾ ਫਿਊਚਰ ਕਿਸ ਦਿਸ਼ਾ ਵੱਲ ਜਾ ਰਿਹਾ, ਕਿਵੇਂ ਡਿਫਰੈਂਟ ਹੈ? ਆਈ ਥਿੰਕ ਜਿਹੜੀ ਇਹ ਕਰੰਟ ਸਿਚੁਏਸ਼ਨ ਹੈਗੀ ਹੈ, ਜਿਸ ਤਰ੍ਹਾਂ IDP ਸਟੂਡੈਂਟਸ ਦੇ ਨਾਲ ਖੜਾ ਹੈ ਇਸ ਟਾਈਮ ਤੇ, ਉਸ ਚੀਜ਼ ਨੇ ਆਟੋਮੈਟਿਕਲੀ ਸਭ ਕੁਝ ਜਸਟੀਫਾਈ ਕਰ ਦਿੱਤਾ ਹੈ ਕਿ IDP ਇਜ਼ ਨਾਟ ਅ ਕੰਪਨੀ, ਬਿਕਾਜ਼ ਤੁਸੀਂ ਦੇਖੋ IDP ਕੋਲ ਸਟੂਡੈਂਟ ਆਉਂਦਾ, IDP ਕੁਝ ਵੀ ਉਹਨਾਂ ਤੋਂ ਚਾਰਜ ਨਹੀਂ ਕਰਦਾ। ਈਵਨ ਜਿਹੜੀ ਟਿਊਸ਼ਨ ਫੀ ਵੀ ਹੈ ਉਹ ਸਟੂਡੈਂਟ ਡਾਇਰੈਕਟਲੀ ਕਾਲਜਸ ਨੂੰ ਜਾਂ ਯੂਨੀਵਰਸਿਟੀਜ਼ ਨੂੰ ਡਾਇਰੈਕਟ ਪੇ ਕਰਦਾ ਹੈ। ਉਹਦੇ ਵਿੱਚ ਸਟੂਡੈਂਟ ਨੂੰ ਡਿਟੇਲ ਦਿੱਤੀ ਜਾਂਦੀ ਹੈ ਕਿ ਇਹ ਕਾਲਜ ਜਾਂ ਯੂਨੀਵਰਸਿਟੀ ਦੀ ਡਿਟੇਲਸ ਹੈ ਜਿੱਥੇ ਤੁਸੀਂ ਟਿਊਸ਼ਨ ਫੀ ਪੇ ਕਰਨੀ ਹੈ। ਸੋ ਆਈ ਥਿੰਕ ਇੱਦਾਂ ਦਾ ਕੋਈ ਬਾਉਂਡੇਸ਼ਨ ਨਹੀਂ ਹੈ ਜਾਂ ਕੋਈ ਬੌਂਡ ਨਹੀਂ ਹੈ ਕਿ ਤੁਸੀਂ IDP ਕੋਲ ਆਏ ਜਾਂ ਇੰਨਾ ਪੈਸਾ ਦੇਤਾ ਤਾਂ ਤੁਸੀਂ ਕੇਸ ਇੱਥੋਂ ਕਰਨਾ ਹੈ। ਸਟੂਡੈਂਟ ਇਜ਼ ਫ੍ਰੀ
ਓਪਨ ਟੂ ਟਾਕ ਟੂ ਐਨੀ ਆਫ ਦ ਯੂਨੀਵਰਸਿਟੀ। ਹੁਣ ਦੇਖੋ IDP ਦੇ ਵਿੱਚ ਕਾਫੀ ਸਾਰੀ ਯੂਨੀਵਰਸਿਟੀਜ਼ ਕਾਲਜਸ ਵੀ ਆਉਂਦੇ ਆ, ਸਟੂਡੈਂਟਸ ਉਹਨਾਂ ਨੂੰ ਵੀ ਮਿਲਦੇ ਡਾਇਰੈਕਟਲੀ। ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿ ਸਟੂਡੈਂਟਸ ਨੂੰ ਫੋਰਸ ਕੀਤਾ ਜਾਂਦਾ ਕਿ ਇਸ ਪਰਟੀਕੂਲਰ ਕਾਲਜ ਜਾਂ ਯੂਨੀਵਰਸਿਟੀ ਜਾਂ ਇੰਨੇ ਕਾਲਜਸ ਹੈ। ਹੁਣ ਦੇਖੋ IDP ਕਾਫੀ ਸਾਰੇ ਇੰਸਟੀਟਿਊਸ਼ਨਸ ਜਾਂ ਯੂਨੀਵਰਸਿਟੀਜ਼ ਨੂੰ ਰਿਪਰੈਜ਼ੈਂਟ ਕਰਦਾ ਹੈ। ਜੀ ਐਂਪਲ ਨੰਬਰ ਆਫ ਆਪਸ਼ਨਸ ਆਰ देयर। ਤੁਸੀਂ ਇਹ ਦੇਖੋਗੇ ਟਾਪ ਰੈਂਕ ਯੂਨੀਵਰਸਿਟੀਜ਼, ਅਗਰ ਗਰੁੱਪ 8 ਆਸਟ੍ਰੇਲੀਆ ਦੀ ਸਾਰੀ ਯੂਨੀਵਰਸਿਟੀਜ਼ ਦੀ ਆਪਾਂ ਗੱਲ ਕਰਦੇ ਹਾਂ, ਕੈਨੇਡੀਅਨ ਯੂਨੀਵਰਸਿਟੀਜ਼ ਦੀ ਵੀ ਗੱਲ ਕਰਦੇ ਹਾਂ, ਤੇ UK 'ਚ ਵੀ ਆਪਾਂ ਰਸਲ ਗਰੁੱਪ ਦੀ ਗੱਲ ਕਰਦੇ ਹਾਂ, ਤੇ ਅਸੀਂ ਸਭ ਰਿਪਰੈਜ਼ੈਂਟ ਕਰਦੇ ਹਾਂ। ਤਾਂ ਸਟੂਡੈਂਟ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਹੀ ਅਪਲਾਈ ਕਰਦਾ ਹੈ। ਐਂਡ ਜਿਹੜੇ ਮੇਨ ਗਾਈਡੈਂਸ ਹੈ, ਮੈਂ ਵੀ ਕਿਸੇ ਟਾਈਮ ਤੇ ਕਾਉਂਸਲਿੰਗ ਵੀ ਕੀਤੀ ਹੈ, ਤੇ ਮੈਂ ਆਪ IDP ਦੇ ਵਿੱਚ 12 ਸਾਲ ਤੋਂ ਕੰਮ ਕਰ ਰਹੀ ਹਾਂ। ਆਈ ਥਿੰਕ ਇੱਕ EMPLOYE ਉਦੋਂ ਹੀ ਟਿਕਦਾ ਜਦੋਂ ਆਪਾਂ ਨੂੰ ਪਤਾ ਲੱਗਦਾ ਕਿ ਇੱਥੇ ਸਾਰਾ ਕੰਮ ਜੈਨੂਇਨਲੀ ਹੋ ਰਿਹਾ ਹੈ। ਬਿਲਕੁਲ। ਸੋ ਆਈ ਥਿੰਕ ਸਟੂਡੈਂਟਸ ਨੇ ਕਾਫੀ ਐਗਜ਼ਾਮਪਲਸ, ਅਗਰ ਤੁਸੀਂ ਦੇਖੋ 5 ਲੱਖ ਤੋਂ ਉੱਪਰ ਸਟੂਡੈਂਟਸ IDP ਨੇ ਪਲੇਸ ਕੀਤੇ ਆ। ਦਿਸ ਇਜ਼ ਅ ਗੁੱਡ ਐਗਜ਼ਾਮਪਲ ਦੈਟ ਹਾਊ ਵੀ ਆਰ ਡਿਫਰੈਂਟ ਫਰਮ ਦ ਅਦਰ ਕੰਪਨੀਜ਼। ਬਿਲਕੁਲ। ਤੇ ਅਸੀਂ ਜਿਵੇਂ ਅੱਜ ਇਹਨਾਂ ਦੇ ਆਫਿਸ ਆਇਆ ਤਾਂ ਅਸੀਂ ਦੇਖ ਪਾ ਰਹੇ ਹਾਂ ਕਿ ਬਹੁਤ ਸਾਰੇ ਸਟੂਡੈਂਟਸ, ਉਹਨਾਂ ਦੇ ਪੇਰੈਂਟਸ ਇੱਥੇ ਆਏ ਹੋਏ ਨੇ, ਕਾਉਂਸਲਿੰਗਸ ਚੱਲ ਰਹੀਆਂ ਨੇ, ਉਹਨਾਂ ਦੀ ਕੁਐਰੀਜ਼ ਕਲੀਅਰ ਕੀਤੀਆਂ ਜਾ ਰਹੀਆਂ, ਔਰ ਸਟੂਡੈਂਟਸ ਕਮਿੰਗ ਇਨਟੇਕਸ ਦੇ ਲਈ ਇੱਥੇ ਆਪਣੇ ਵੀਜ਼ਾ ਲਈ ਅਪਲਾਈ ਵੀ ਕਰ ਰਹੇ ਨੇ। ਸੋ ਅਗਰ ਆਪਾਂ ਕਮਿੰਗ ਇਨਟੇਕਸ ਦੀ ਗੱਲ ਕਰ ਲਈਏ, ਖਾਸ ਤੌਰ ਤੇ ਕੈਨੇਡਾ ਦੀ ਗੱਲ ਕਰ ਲਈਏ, ਤਾਂ SDS ਨੌਨ SDS ਨੂੰ ਲੈ ਕੇ ਸਟੂਡੈਂਟਸ ਬਹੁਤ ਹੀ ਜ਼ਿਆਦਾ ਕਨਫਿਊਜ਼ ਰਹਿੰਦੇ ਨੇ ਕਿ SDS ਦਾ ਕਿਹਾ ਜਾਂਦਾ ਹੈ ਸਟੱਡੀ ਵੀਜ਼ਾ ਦੇ ਚਾਂਸਿਸ ਬਹੁਤ ਜ਼ਿਆਦਾ ਹੈ, ਨੌਨ SDS ਦਾ ਕਿਹਾ ਜਾਂਦਾ ਹੈ ਕਿ ਰਿਫਿਊਜ਼ਲ ਰੇਟ ਜ਼ਿਆਦਾ ਹੋ ਜਾਏਗਾ। ਤਾਂ ਇੱਕ ਵਾਰੀ ਜ਼ਰੂਰ ਸੋਚ ਲਓ ਕੀ ਤੁਸੀਂ ਗਾਈਡ ਕਰਦੇ ਹੋ ਸਟੂਡੈਂਟਸ ਨੂੰ, ਚਾਹੇ SDS ਕੈਟਾਗਰੀ ਹੋਵੇ ਚਾਹੇ ਨੌਨ SDS। ਦੇਖੋ, ਮੈਂ ਸਭ ਤੋਂ ਪਹਿਲਾਂ ਆਪਾਂ ਕੈਟਾਗਰੀਜ਼ ਨੂੰ ਅਗਰ ਇੱਕ ਸਾਈਡ ਤੇ ਕਰ ਦਿੰਦੇ ਹਾਂ, ਜੀ ਰਾਈਟ, ਮੈਂ ਸਟੂਡੈਂਟਸ ਨੂੰ ਹਮੇਸ਼ਾ ਇੱਕੋ ਹੀ ਚੀਜ਼ ਗਾਈਡ ਕਰਦਾ ਜਾਂ IDP ਵੀ ਇੱਕੋ ਹੀ ਚੀਜ਼ ਗਾਈਡ ਕਰਦਾ ਹੈ, ਜਿਹੜਾ ਕੋਰਸ ਤੁਹਾਡੀ ਪ੍ਰੋਫਾਈਲ ਨਾਲ ਰਿਲੇਵੈਂਟ ਹੈ, ਤੁਹਾਡੀਆਂ ਐਂਟਰੀ ਰਿਕੁਆਇਰਮੈਂਟਸ ਅਗਰ ਤੁਸੀਂ ਮੀਟ ਕਰਦੇ ਹੋ, ਦੈਨ ਯੂ ਸ਼ੁਡ ਅਪਲਾਈ। ਠੀਕ ਹੈ। ਹੁਣ ਮੈਂ ਅਗਰ ਮੇਰੀ ਫੀਲਡ ਡਿਫਰੈਂਟ ਹੈ, ਮੈਂ ਕੋਰਸ ਡਿਫਰੈਂਟ ਅਪਲਾਈ ਕਰ ਰਹੀ ਹਾਂ, ਦੈਨ ਡੈਫੀਨਿਟਲੀ ਵੀ ਨੋ ਦੈਟ ਵੀਜ਼ਾ ਇਜ਼ ਗੋਇੰਗ ਟੂ ਬੀ ਰਿਜੈਕਟਡ। ਔਰ ਕਾਫੀ ਸਾਰੇ ਸਟੂਡੈਂਟਸ ਨੂੰ ਮੈਂ ਦੇਖਿਆ ਹੈ ਕਿ ਆਉਂਦੇ ਆ, ਕਹਿੰਦੇ ਕਿ ਮੈਮ ਤੁਸੀਂ ਸਭ ਕੁਝ ਆਪ ਕਰ ਦਿਓ, ਬਟ ਨੋ, ਵੀ ਆਲਵੇਜ਼ ਟੈਲ ਦ ਸਟੂਡੈਂਟਸ ਕਿ ਜਿਹੜੀ ਐਪਲੀਕੇਸ਼ਨ ਵੀ ਹੈ ਤੁਸੀਂ ਆਪ ਫਿਲ ਕਰੋ, ਕਿਉਂਕਿ ਉਹ ਸਟੂਡੈਂਟ ਨੂੰ ਇਨਫੋਰਮੇਸ਼ਨ ਹੋਣੀ ਬਹੁਤ ਇੰਪੋਰਟੈਂਟ ਹੈ। ਬਿਕਾਜ਼ ਅਗਰ ਤੁਸੀਂ ਕੈਨੇਡਾ ਜਾ ਰਹੇ ਹੋ, IELTS ਦਾ ਐਗਜ਼ਾਮ ਦਿੱਤਾ ਹੈ, ਔਰ ਤੁਸੀਂ ਆਪ ਵੀ ਕੁਝ ਆਪਣਾ ਦੇਖ ਨਹੀਂ ਰਹੇ ਕਿ ਮੇਰੀ ਫਾਈਲ 'ਚ ਕਿਹੜਾ ਡਾਕੂਮੈਂਟ ਲੱਗਿਆ ਹੈ, ਈਵਨ ਜਿਹੜਾ ਸਾਡਾ ਸਟੇਟਮੈਂਟ ਆਫ ਪਰਪਸ ਵੀ ਬਣਦਾ, ਕਾਫੀ ਸਾਰੇ ਸਟੂਡੈਂਟਸ ਆਉਂਦੇ ਕਿ ਮੈਮ ਤੁਸੀਂ ਬਣਾ ਦਿਓ ਜਾਂ ਇਸ ਤਰ੍ਹਾਂ। ਅਸੀਂ ਸਟੂਡੈਂਟਸ ਨੂੰ ਕਹਿੰਦੇ ਕਿ ਇਹ ਤੁਹਾਡਾ ਸਟੇਟਮੈਂਟ ਆਫ ਪਰਪਸ ਹੈ, ਜਿਸ 'ਚ ਤੁਸੀਂ ਲਿਖਣਾ ਹੈ ਕਿ ਤੁਸੀਂ ਕਿਉਂ ਜਾ ਰਹੇ ਹੋ। ਤੇ ਸਟੂਡੈਂਟ ਕਈ ਵਾਰੀ ਹੈਲਪ ਮੰਗਦਾ, ਬਟ ਵੀ ਹੈਲਪ them ਕਿ ਕਿਸ ਤਰ੍ਹਾਂ ਲਿਖਣਾ ਹੈ, ਬਟ ਵੀ ਆਸਕ them ਕਿ ਤੁਸੀਂ ਆਪਣੇ ਆਪ ਲਿਖੋ ਸੋ ਦੈਟ ਤੁਹਾਨੂੰ ਕਲੀਅਰ ਹੋਏ। ਹੁਣ ਤੁਸੀਂ ਸੁਣਿਆ ਹੋਣਾ ਕਈ ਵਾਰੀ ਵੀਜ਼ਾਸ ਵੀ ਬੱਚੇ ਲਾਉਂਦੇ ਆ ਤਾਂ ਇੰਟਰਵਿਊਜ਼ ਵੀ ਆ ਜਾਂਦੇ ਆ, ਤੇ ਇੰਟਰਵਿਊ ਦੇ ਵਿੱਚ ਕਈ ਵਾਰੀ ਸਟੂਡੈਂਟਸ ਬਿਲਕੁਲ ਬਲੈਂਕ ਹੁੰਦੇ ਆ ਵੀ ਕਿਹੜਾ ਕੋਰਸ ਅਪਲਾਈ ਕੀਤਾ ਜਾਂ ਕਿਹੜਾ ਕਾਲਜ। ਬਟ ਤੁਸੀਂ ਅਗਰ IDP ਦੇ ਕਿਸੇ ਵੀ ਸਟੂਡੈਂਟ ਨੂੰ ਮਿਲਦੇ ਆ, ਤੁਹਾਨੂੰ ਆਪ ਨੂੰ ਕੌਨਫੀਡੈਂਸ ਆਏਗਾ ਮਿਲ ਕੇ ਕਿ ਐਟਲੀਸਟ ਸਟੂਡੈਂਟ ਨੂੰ ਕਲੀਅਰ ਹੈ ਕਿ ਕਿਹੜਾ ਕੋਰਸ ਅਪਲਾਈ ਕੀਤਾ, ਕਿਹੜੇ ਕਾਲਜ ਵਿੱਚ ਅਪਲਾਈ ਕੀਤਾ। ਬਿਕਾਜ਼ ਇੱਥੇ ਅਸੀਂ ਹਰ ਸਟੂਡੈਂਟ ਨੂੰ ਹੀ ਕੋਈ ਚੀਜ਼ ਸਿਮਿਲਰ ਗਾਈਡ ਕਰਦੇ ਹਾਂ, ਕੋਈ ਇਸ ਤਰ੍ਹਾਂ ਨਹੀਂ ਕਿ ਦੂਸਰੇ ਸਟੂਡੈਂਟ ਨੂੰ ਅਸੀਂ ਡਿਫਰੈਂਟ ਗਾਈਡ ਕਰਾਂਗੇ, ਬਾਕੀਆਂ ਨੂੰ ਡਿਫਰੈਂਟ ਕਰਾਂਗੇ। ਬਾਕੀ ਜਿੰਨੇ ਵੀ ਸਾਡੇ ਕਾਉਂਸਲਰਸ ਆ ਇੱਥੇ, ਸਾਰੇ ਸਰਟੀਫਾਈਡ ਟ੍ਰੇਨਡ ਕਾਉਂਸਲਰਸ ਆ, ਸਭ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਸੋ ਦੈਟ ਐਵਰੀ ਕਾਉਂਸਲਰ ਸ਼ੁੱਡ ਬੀ ਹੈਵਿੰਗ ਅ ਵੈਲ ਵਰਸਡ ਨੌਲੇਜ ਆਲਸੋ। ਬਾਕੀ ਤੁਸੀਂ ਆਨਲਾਈਨ ਵੀ ਦੇਖਿਆ ਹੋਣਾ, IDP ਦੇ ਕਾਫੀ ਸਾਰੀਆਂ ਚੀਜ਼ਾਂ ਆਨਲਾਈਨ ਵੀ ਹੈ, ਤੁਸੀਂ ਵੈਬਸਾਈਟ ਤੇ ਵੀ ਦੇਖ ਸਕਦੇ ਹੋ। ਸੋ ਸਟੂਡੈਂਟਸ ਨੂੰ ਏਦਾਂ ਕੋਈ ਬਾਉਂਡੇਸ਼ਨ ਨਹੀਂ ਹੈ। ਤੁਸੀਂ ਇਹ ਦੇਖੋ, ਇਫ ਯੂ ਆਰ ਨਾਟ ਪੇਇੰਗ ਮੀ ਐਨੀਥਿੰਗ ਐਂਡ you are just paying your tuition fee, that means you are not bound। ਜੀ ਬਿਲਕੁਲ ਸਹੀ ਕਿਹਾ ਤੁਸੀਂ। ਔਰ IELTS ਨੂੰ ਲੈ ਕੇ ਸਟੂਡੈਂਟਸ ਨੂੰ ਬਹੁਤ ਵੱਡਾ ਸਵਾਲ ਰਹਿੰਦਾ ਅਕਸਰ ਕਿ ਅਗਰ ਅਸੀਂ ਆਪਣੇ ਨਾਰਥ ਸਾਈਡ ਦੇ ਸਟੂਡੈਂਟਸ ਦੀ ਗੱਲ ਕਰ ਲਈਏ, IELTS ਨੂੰ ਕਲੀਅਰ ਕਰਨ ਦੇ ਵਿੱਚ ਜਾਂ ਡਿਜ਼ਾਇਰਡ ਬੈਂਡ ਸਕੋਰ ਅਚੀਵ ਕਰਨ ਦੇ ਵਿੱਚ ਬਹੁਤ ਟਾਈਮ ਉਹਨਾਂ ਦਾ ਚਲਾ ਜਾਂਦਾ, ਤਾਂ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿਉਂਕਿ ਕਈ ਵਾਰੀ ਸਟੂਡੈਂਟਸ ਨਾ ਕੰਪਰੋਮਾਈਜ਼ ਕਰ ਲੈਂਦੇ ਨੇ ਕਿ ਚਲੋ ਸਾਡੇ ਓਵਰਆਲ 6 ਇੱਕ ਵਿੱਚ 5.5 ਜਾਂ 5 ਵੀ ਰਹਿ ਗਏ, ਕੈਨੇਡਾ ਅਪਲਾਈ ਨਹੀਂ ਹੋ ਰਿਹਾ ਜਾਂ ਰਿਫਿਊਜ਼ਲ ਆ ਗਈ ਹੈ, ਚਲੋ ਕੋਈ ਅਜਿਹੀ ਆਪਸ਼ਨ ਲੱਭਦੇ ਹਾਂ ਆਪਾਂ ਕਿ ਜਿੱਥੇ ਸਾਡਾ ਇਸੇ ਬੈਂਡ ਸਕੋਰ ਨਾਲ ਅਪਲਾਈ ਹੋ ਜਾਏ, ਸਾਡਾ ਵੀਜ਼ਾ ਆ ਜਾਏ। ਤਾਂ ਉਹਨਾਂ ਸਟੂਡੈਂਟਸ ਨੂੰ ਕੀ ਕਰਦੇ ਹੋ ਕਿ ਦੁਬਾਰਾ ਉਹਨਾਂ ਨੂੰ ਕਿੰਨੀ ਕੁ ਵਾਰੀ ਚਾਂਸ ਲੈ ਲੈਣਾ ਚਾਹੀਦਾ, ਕਿਉਂਕਿ ਕਈ ਸਟੂਡੈਂਟਸ 2-2 3-3 ਵਾਰ ਵੀ ਜੋ ਹੈ ਆਪਣਾ ਟੈਸਟ ਕਲੀਅਰ ਨਹੀਂ ਕਰ ਪਾਉਂਦੇ, ਮਤਲਬ ਡਿਜ਼ਾਇਰਡ ਸਕੋਰ ਨਹੀਂ ਲੈ ਕੇ ਆ ਪਾਉਂਦੇ। ਕਿਵੇਂ ਆਪਣਾ ਡਿਜ਼ਾਇਰਡ ਸਕੋਰ ਜੋ ਹੈ ਅਚੀਵ ਕਰ ਸਕਦੇ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਨੂੰ ਇਹ ਕਲੈਰਿਟੀ ਹੋਣੀ ਚਾਹੀਦੀ ਹੈ। ਇੱਕ ਨਾ ਮੌਕ ਟੈਸਟ ਹੁੰਦਾ ਹੈ। ਹਾਂਜੀ। ਤੇ ਆਈ ਥਿੰਕ ਸਟੂਡੈਂਟ ਨੂੰ ਆਪਣਾ ਮੌਕ ਟੈਸਟ ਦੇਣਾ ਚਾਹੀਦਾ ਕਿ ਮੇਰੀ ਇੰਗਲਿਸ਼ ਲੈਵਲ ਕਿੰਨਾ ਕੁ ਹੈਗਾ, ਉਹਦੇ ਅਕੋਰਡਿੰਗਲੀ ਮੈਨੂੰ ਇੰਗਲਿਸ਼ ਲੈਂਗੁਏਜ ਦੇ ਵਿੱਚ ਕਿੰਨਾ ਕੁ ਰਿਕੁਆਇਰਮੈਂਟ ਹੈ, ਉਹਦੀ ਟ੍ਰੇਨਿੰਗ ਦੀ ਕਿੰਨੀ ਕੁ ਰਿਕੁਆਇਰਮੈਂਟ ਹੈਗੀ ਹੈ। ਦੇਖੋ, ਇੱਕ ਪ੍ਰੋਬਲਮ ਜਿਹੜੀ ਆਪਣੇ ਏਰੀਆ 'ਚ ਹੈਗੀ ਹੈ, ਸਟੂਡੈਂਟਸ ਕਮਿਊਨੀਕੇਟ ਨਹੀਂ ਕਰਦੇ ਬਿਲਕੁਲ ਵੀ ਇੰਗਲਿਸ਼ ਦੇ ਵਿੱਚ, ਰਾਈਟ। ਫਰੈਂਡਸ ਨਾਲ ਵੀ ਆਪਾਂ ਪੰਜਾਬੀ 'ਚ ਗੱਲ ਕਰ ਰਹੇ ਹਾਂ, ਤਾਂ ਤੁਸੀਂ ਕਿੱਦਾਂ ਐਕਸਪੈਕਟ ਕਰ ਸਕਦੇ ਹੋ ਕਿ ਆਪਾਂ 2 ਮਹੀਨੇ ਦੇ ਵਿੱਚ ਆਪਾਂ IELTS ਦੀ ਤਿਆਰੀ ਕਰਕੇ
ਕਰਕੇ ਐਗਜ਼ਾਮ ਦੇ ਦਾਂਗੇ ਜੀ 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 ਜਦ ਤੱਕ ਤੁਸੀਂ ਉਹਦੇ ਪੈਟਰਨ ਨੂੰ ਨਹੀਂ ਸਮਝੋਗੇ ਕਿਸ ਤਰ੍ਹਾਂ ਪੈਟਰਨ ਹੈ ਕਿਸ ਤਰ੍ਹਾਂ ਤੁਸੀਂ ਟੈਸਟ ਦੇਣਾ ਹੈ ਜਾਂ ਜਿੱਥੇ ਵੀ ਤੁਸੀਂ ਕੋਚਿੰਗ ਲੈ ਰਹੇ ਹੋ ਇਜ਼ ਇਟ ਐਪਰੋਪ੍ਰੀਏਟ ਸਿਰਫ ਕੋਚਿੰਗ ਨਾਲ ਨਹੀਂ ਹੁੰਦਾ ਸਭ ਕੁਝ ਠੀਕ ਹੈ ਸੈਲਫ ਪ੍ਰੈਪਰੇਸ਼ਨ ਵੀ ਬਹੁਤ ਇੰਪੋਰਟੈਂਟ ਹੈ ਪਲੱਸ ਸਟੂਡੈਂਟ ਨੂੰ ਜਿਹੜੇ ਉਹਨਾਂ ਦੇ ਕਮਿਊਨੀਕੇਸ਼ਨ ਸਕਿੱਲਸ ਆ ਉਹ ਵੀ ਇਕੁਅਲੀ ਇੰਪੋਰਟੈਂਟ ਹੈ ਤੇ ਮੈਂ ਸਟੂਡੈਂਟਸ ਨੂੰ ਗਾਈਡ ਇਹੀ ਕਰੂੰਗੀ ਕਿ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਜਾਂ ਇੰਗਲਿਸ਼ ਇੰਨਾ ਮਤਲਬ ਵਧੀਆ ਨਹੀਂ ਐਂਡ ਯੂ ਆਰ ਪਲੈਨਿੰਗ ਟੂ ਗੋ ਬਿਕਾਜ਼ ਦੇਖੋ ਉੱਥੇ ਤੁਹਾਡੀ ਸਾਰੀ ਐਜੂਕੇਸ਼ਨ ਇੰਗਲਿਸ਼ ਦੇ ਵਿੱਚ ਹੈ ਤੇ ਤੁਸੀਂ ਉੱਥੇ ਕਲਾਸਿਸ 'ਚ ਵੀ ਕੋਆਪ ਨਹੀਂ ਕਰ ਪਾਓਗੇ ਜਾਂ ਤਾਂ ਆਪਾਂ ਕੰਪਰੋਮਾਈਜ਼ ਕਰਕੇ ਜਾਵਾਂਗੇ ਆਪਣੇ ਸਕੋਰਸ ਨਾਲ ਅਸੀਂ ਹਮੇਸ਼ਾ ਰეკਮੈਂਡ ਕਰਦੇ ਹਾਂ ਕਿ ਯੂ نو ਅੱਛਾ ਸਕੋਰ ਲਓ ਤੁਹਾਨੂੰ ਅੱਗੇ ਵੀ ਬੈਨੀਫਿਟ ਹੋਏਗਾ ਜੀ 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 ਰਾਈਟ ਤੇ ਵੀਜ਼ਾ 'ਚ ਆਟੋਮੈਟਿਕਲੀ ਜੇ ਮੇਰੀ ਪ੍ਰੋਫਾਈਲ ਅੱਛੀ ਹੈ ਮੈਂ ਹਰ ਚੀਜ਼ ਕੁਆਲੀਫਾਈ ਕਰ ਰਹੀ ਹਾਂ ਮੇਰੇ ਬੈਂਡ ਵੀ 6 ਹੈ ਓਵਰਆਲ ਇਨ ਆਲ ਮੋਡਿਊਲਸ ਆਲਸੋ ਮੇਰੀ ਪਰਸੈਂਟੇਜ ਵੀ ਅੱਛੀ ਹੈ ਮੇਰਾ ਕੋਰਸ ਵੀ ਮੈਚ ਕਰਦਾ ਹੈ ਤਾਂ ਆਈ ਥਿੰਕ ਇਟ ਇਜ਼ ਵੈਰੀ ਕਲੀਅਰ ਵਾਈ ਦ ਐਮਬੈਸੀ ਵਿਲ ਰਿਜੈਕਟ ਅ ਵੀਜ਼ਾ ਜੀ ਬਿਲਕੁਲ ਸਹੀ ਕਿਹਾ ਤੁਸੀਂ ਸੋ ਜਿੰਨੇ ਵੀ ਦਰਸ਼ਕ ਸਾਡਾ ਇਹ ਸ਼ੋਅ ਵੇਖ ਰਹੇ ਨੇ ਖਾਸ ਤੌਰ ਤੇ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ ਕਿ ਆਈਡੀਪੀ ਕੰਪਨੀ ਜੋ ਕਿ ਤਕਰੀਬਨ 50 ਸਾਲ ਪੁਰਾਣੀ ਕੰਪਨੀ ਔਰ ਲੱਖਾਂ ਹੀ ਸਟੂਡੈਂਟਸ ਦੇ ਜੋ ਵੀਜ਼ਾਸ ਲੱਗ ਚੁੱਕੇ ਨੇ ਲੱਖਾਂ ਹੀ ਸਟੂਡੈਂਟਸ ਦੇ ਸੁਪਨੇ ਸਾਕਾਰ ਹੋ ਚੁੱਕੇ ਨੇ ਆਈਡੀਪੀ ਕੰਪਨੀ ਦੇ ਨਾਲ ਸੋ ਤੁਸੀਂ ਬੜੇ ਜੈਨੂਇਨ ਵੇ ਦੇ ਨਾਲ ਅਗਰ ਕੰਮ ਕਰਨਾ ਚਾਹੁੰਦੇ ਹੋ ਕਰਵਾਉਣਾ ਚਾਹੁੰਦੇ ਹੋ ਆਪਣੀ ਫਾਈਲ ਦੇ ਉੱਪਰ ਤਾਂ ਜ਼ਰੂਰ ਜੋ ਸਕਰੀਨ ਦੇ ਉੱਪਰ ਨੰਬਰ ਡਿਸਪਲੇ ਹੋ ਰਿਹਾ ਉਸ ਉੱਪਰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਤੁਹਾਡੀ ਕੋਈ ਵੀ ਸਵਾਲ ਹੋਵੇ ਤੁਹਾਡੇ ਪ੍ਰੋਫਾਈਲ ਦੇ ਨਾਲ ਰਿਲੇਟਡ ਕਿਸੇ ਕੰਟਰੀ ਦੇ ਬਾਰੇ ਹੋਰ ਜਾਣਨਾ ਚਾਹੁੰਦੇ ਹੋ ਕਦੋਂ ਅਪਲਾਈ ਕਰਨਾ ਕਮਿੰਗ ਇਨਟੇਕਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਰੂਰ ਜੋ ਹੈ ਇਸ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਬਾਕੀ ਸਕਰੋਲ ਦੇ ਵਿੱਚ ਜੋ ਹੈ ਐਡਰੈਸ ਵੀ ਚੱਲ ਰਿਹਾ ਕਿੱਥੇ ਕਾਲਜਸ ਨੇ ਕਿੱਥੇ ਇਹਨਾਂ ਦੇ ਆਫਿਸਿਸ ਨੇ ਤੁਸੀਂ ਉੱਥੇ ਵਿਜ਼ਿਟ ਕਰ ਸਕਦੇ ਹੋ ਆਪਣੇ ਡਾਕੂਮੈਂਟਸ ਲੈ ਕੇ ਆਓ ਤਾਂ ਕਿ ਅਸੈਸਮੈਂਟ ਕਰਕੇ ਤੁਹਾਨੂੰ ਟਾਈਮਲੀ ਗਾਈਡ ਕੀਤਾ ਜਾ ਸਕੇ ਤੁਸੀਂ ਕਦੋਂ ਕਿਹੜੇ ਇਨਟੇਕ ਲਈ ਕਿਹੜੀ ਕੰਟਰੀ ਵਿੱਚ ਅਪਲਾਈ ਕਰ ਸਕਦੇ ਹੋ ਆਈ ਥਿੰਕ ਅੱਜ ਦੇ ਟਾਈਮ ਦੇ ਵਿੱਚ ਸਟੂਡੈਂਟਸ ਦਾ ਨਾ ਸਭ ਤੋਂ ਜ਼ਰੂਰੀ ਇਹੀ ਹੋ ਗਿਆ ਕਿ ਉਹ ਸਹੀ ਕੰਸਲਟੈਂਟ ਦੀ ਹੀ ਚੋਣ ਨਹੀਂ ਕਰ ਪਾਉਂਦੇ ਆ ਜਿਸ ਕਰਕੇ ਰਿਫਿਊਜ਼ ਬਹੁਤ ਅੱਛੀ ਪ੍ਰੋਫਾਈਲਸ ਦੇ ਉੱਪਰ ਵੀ ਅਸੀਂ ਰਿਫਿਊਜ਼ਲਸ ਲੱਗੇ ਦੇਖੇ ਨੇ ਕਿ ਪ੍ਰੋਫਾਈਲ ਓਵਰਆਲ ਬਹੁਤ ਵਧੀਆ ਹੁੰਦੀ ਹੈ ਲੇਕਿਨ ਇੱਕ ਸਿਲੀ ਮਿਸਟੇਕ ਕਰਕੇ ਉਹਦੇ ਰਿਫਿਊਜ਼ਲ ਲੱਗ ਜਾਂਦੀ ਹੈ ਤੇ ਇੱਕ ਸਹੀ ਕੰਸਲਟੈਂਟ ਦੀ ਚੋਣ ਕਰਨਾ ਕਿੰਨਾ ਕੁ ਜ਼ਰੂਰੀ ਹੋ ਗਿਆ ਜੇਕਰ ਆਪਾਂ ਸਕਸੈਸਫੁਲੀ ਆਪਣਾ ਸਟੱਡੀ ਵੀਜ਼ਾ ਅਚੀਵ ਕਰਨਾ ਚਾਹੁੰਦੇ ਹਾਂ ਦੇਖੋ ਆਈ ਥਿੰਕ ਮੇਰਾ ਥੋੜਾ ਜਿਹਾ ਵਿਊ ਪੁਆਇੰਟ ਡਿਫਰੈਂਟ ਹੈ ਓਕੇ ਸਭ ਤੋਂ ਪਹਿਲਾਂ ਤਾਂ ਮੈਂ ਸਟੂਡੈਂਟਸ ਨੂੰ ਇਹ ਕਹੂੰਗੀ ਕਿ ਸੈਲਫ ਨੌਲੇਜ ਇਜ਼ ਵੈਰੀ ਇੰਪੋਰਟੈਂਟ ਨਾਊਅਡੇਜ਼ ਬਿਲਕੁਲ ਜੀ ਬਾਕੀ ਜਿਹੜੀ ਏਜੰਟਸ ਦੀ ਆਪਾਂ ਗੱਲ ਕਰਦੇ ਹਾਂ ਮਤਲਬ ਕਿ ਐਟਲੀਸਟ ਉੱਥੇ ਟ੍ਰਾਂਸਪੇਰੈਂਸੀ ਹੋਣੀ ਚਾਹੀਦੀ ਹੈ ਜਿੱਥੇ ਸਟੂਡੈਂਟ ਆਪਣਾ ਡਾਇਰੈਕਟ ਕਾਲਜ ਜਾਂ ਯੂਨੀਵਰਸਿਟੀ ਨਾਲ ਵੀ ਕਨੈਕਟ ਕਰ ਪਾਏ ਜਿੱਥੇ ਕੋਈ ਬਾਉਂਡੇਸ਼ਨ ਨਹੀਂ ਹੈ ਮਨੀ ਦਾ ਕਿ ਤੁਸੀਂ ਪੇ ਕਰੋ ਤੇ ਫਿਰ ਤੁਹਾਡੀ ਅਸੀਂ ਅੱਗੇ ਫਾਈਲ ਕੰਟੀਨਿਊ ਕਰਾਂਗੇ ਰਾਈਟ ਤੇ ਆਈ ਥਿੰਕ it's a decision of students only finally and parents should also be aware ਕਿ ਸਾਡਾ ਬੱਚਾ ਕਿੱਥੇ ਅਪਲਾਈ ਕਰ ਰਿਹਾ ਹੈ ਕਿਉਂਕਿ ਤੁਸੀਂ ਦੇਖਿਆ ਹੋਣਾ ਕਈ ਵਾਰੀ ਬੱਚੇ ਆਪਦੇ ਫਰੈਂਡਸ ਨਾਲ ਹੁੰਦਾ ਹੈ ਕਿ ਇਸ ਕਾਲਜ 'ਚ ਮੇਰੇ ਫਰੈਂਡ ਨੇ ਅਪਲਾਈ ਕੀਤਾ ਪ੍ਰੋਫਾਈਲ ਮੈਚ ਹੋ ਰਹੀ ਹੈ ਨਹੀਂ ਹੋ ਰਹੀ ਹੈ ਆਪਾਂ ਫਾਈਲ ਕਰ ਦਿੰਦੇ ਹਾਂ ਬਟ ਆਈ ਥਿੰਕ ਮੈਂ ਇੱਥੇ ਸਿਰਫ ਇਹੀ ਕਹਿਣਾ ਚਾਹੂੰਗੀ ਕਿ ਜਿੱਥੇ ਆਪਾਂ ਆਈਡੀਪੀ ਦੀ ਗੱਲ ਕਰੀਏ ਜੀ ਤੁਸੀਂ ਸਾਡੇ ਕਈ ਪੁਰਾਣੇ ਸਟੂਡੈਂਟਸ ਦੇ ਵੀ ਅਗਰ ਟੈਸਟੀਮੋਨੀਅਲਸ ਜਾਂ ਵੈਸੇ ਵੀ ਮਿਲੋਗੇ ਸਟੂਡੈਂਟਸ ਨੇ ਕਦੀ ਵੀ ਇਹ ਕਾਲਜ ਜਾਂ ਯੂਨੀਵਰਸਿਟੀ ਲਈ ਅਸੀਂ ਫੋਰਸ ਨਹੀਂ ਕਰਦੇ ਹੁਣ ਜੇ ਮੇਰੇ ਕੋਲ 90% ਸਟੂਡੈਂਟ ਵਾਲਾ ਪਰਸੈਂਟ ਵਾਲਾ ਬੱਚਾ ਆ ਰਿਹਾ ਤੇ ਡੈਫੀਨਿਟਲੀ ਮੈਂ ਉਹਨੂੰ ਟਾਪ ਰੈਂਕ ਯੂਨੀਵਰਸਿਟੀਜ਼ ਦੀ ਵੀ ਆਪਸ਼ਨ ਦਊਂਗੀ ਕਿਉਂਕਿ ਉਹਦੀ ਐਲੀਜੀਬਿਲਟੀ ਹੈ ਪਰ ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਨੂੰ ਯੂ نو ਫੋਰਸ ਕਰ ਰਹੇ ਹਾਂ ਇਸ ਯੂਨੀਵਰਸਿਟੀ ਜਾਂ ਕਾਲਜ ਲਈ ਬਟ ਹੁਣ ਮੇਰੇ ਕੋਲ ਸਾਈਮਲਟੇਨੀਅਸਲੀ 60% ਵਾਲਾ ਬੱਚਾ ਆ ਰਿਹਾ ਹੈ ਰਾਈਟ ਤਾਂ ਮੈਨੂੰ ਪਤਾ ਹੈ ਕਿ 60% ਵਾਲਾ ਬੱਚਾ ਇਹ ਡਿਫਰੈਂਟ ਯੂਨੀਵਰਸਿਟੀਜ਼ ਜਾਂ ਕਾਲਜਸ ਆ ਜਿੱਥੇ ਤੁਸੀਂ ਕੁਆਲੀਫਾਈ ਕਰ ਰਹੇ ਹੋ ਬਟ ਆਈ ਕੈਨੋਟ ਕੰਪੇਅਰ ਦ ਸੇਮ ਸਟੂਡੈਂਟ ਵਿਦ ਦ ਸੇਮ ਪ੍ਰੋਫਾਈਲ ਰਾਈਟ ਸੋ ਪ੍ਰੋਫਾਈਲ ਟੂ ਪ੍ਰੋਫਾਈਲ ਵੇਰੀ ਕਰਦੇ ਕਾਲਜਸ ਹੁਣ ਤੁਸੀਂ ਮੇਰੇ ਕੋਲ ਆਏ ਹੋ ਤੁਹਾਡੀ ਪ੍ਰੋਫਾਈਲ ਦੇ ਅਕੋਰਡਿੰਗਲੀ ਮੈਂ ਤੁਹਾਨੂੰ ਡਿਫਰੈਂਟ ਕਾਲਜਸ ਦਿੱਤੇ ਐਂਡ ਅਗਲਾ ਸਟੂਡੈਂਟ ਆ ਰਿਹਾ ਉਹਨੂੰ ਮੈਂ ਡਿਫਰੈਂਟ ਬਟ ਉਹਦੇ ਪਿੱਛੇ ਰੀਜ਼ਨ ਹੁੰਦਾ ਉਹਦੇ ਪਿੱਛੇ ਰੀਜ਼ਨ ਹੈ ਪ੍ਰੋਫਾਈਲ ਯੂ ਆਰ ਫਰਮ ਕਮਰਸ ਫੀਲਡ ਆਈ ਵਿਲ ਗਿਵ ਯੂ ਕਮਰਸ ਆਪਸ਼ਨਸ ਇਫ ਅਦਰ ਵਨ ਇਜ਼ ਫਰਮ ਮੈਡੀਕਲ ਹੋ ਸਕਦਾ ਕਿ ਹੁਣ ਮੈਡੀਕਲ ਦੇ ਆਪਸ਼ਨ ਏ ਕਾਲਜ 'ਚ ਨਹੀਂ ਹੈਗੇ ਤੇ ਮੈਂ ਉਹਨਾਂ ਨੂੰ ਬੀ ਕਾਲਜ ਦੀ ਆਪਸ਼ਨ ਦਿੱਤੀ ਬਟ ਇਹਦੇ 'ਚ ਇਹ ਮਤਲਬ ਨਹੀਂ ਕਿ ਅਸੀਂ ਕੋਈ ਸਪੈਸੀਫਾਈਡ ਪਰਟੀਕੂਲਰ ਕਾਲਜਸ ਦੀ ਆਪਸ਼ਨ ਦਿੰਦੇ ਈਵਨ ਅਸੀਂ ਇਹ ਵੀ ਫੋਰਸ ਨਹੀਂ ਕਰਦੇ ਕਿ ਇੱਕ ਇਸ ਕੰਟਰੀ 'ਚ ਜਾਓ ਓਕੇ ਯੂ نو ਅਗਰ ਮੇਰੇ ਕੋਲ ਕੋਈ ਅੱਛਾ ਪ੍ਰੋਫਾਈਲ ਦਾ ਸਟੂਡੈਂਟ ਆਇਆ ਤੇ ਮੈਂ ਉਹਨੂੰ ਕਹੂੰਗੀ ਕਿ ਯਾਰ ਤੁਹਾਡੀ ਸਕਾਲਰਸ਼ਿਪ ਹੈ ਤੁਹਾਡਾ ਪਰਸੈਂਟੇਜ ਇੰਨੀ ਅੱਛੀ ਹੈ ਵਾਈ ਡੋਂਟ ਯੂ ਐਕਸਪਲੋਰ ਆਪਸ਼ਨਸ ਇਨ ਡਿਫਰੈਂਟ ਕੰਟਰੀਜ਼ ਵੇਅਰ ਯੂ ਗੈਟ ਅ ਸਕਾਲਰਸ਼ਿਪ ਅਗਰ ਤੁਹਾਨੂੰ 100% ਟਿਊਸ਼ਨ ਫੀ ਵੇਵਰ ਮਿਲ ਰਿਹਾ ਹੈ ਸਕਾਲਰਸ਼ਿਪ ਆਪਸ਼ਨਸ ਮਿਲ ਰਿਹਾ ਬਰਸਰੀਜ਼ ਮਿਲ ਰਿਹਾ ਵਾਈ ਨਾਟ ਟੂ ਐਕਸਪਲੋਰ ਇਟ ਜੀ ਕਿਉਂਕਿ ਆਪਣਾ ਥੋੜਾ ਜਿਹਾ ਜਿਹੜਾ ਪੰਜਾਬ ਏਰੀਆ ਸਟੂਡੈਂਟਸ ਥੋੜੇ ਜਿਹੇ ਏਰੀਆ ਸਪੈਸੀਫਿਕ ਹੁੰਦੇ ਆ ਸਮਟਾਈਮ ਦੇ ਸੇ ਯੂ نو ਮੇਰੇ ਰਿਲੇਟਿਵਸ ਹੈਗੇ ਆ ਤੇ ਮੈਂ ਇੱਥੇ ਹੀ ਜਾਣਾ ਤੇ ਉਹ ਜਦੋਂ ਤਾਂ ਪੋਜ਼ਿਟਿਵ ਚੱਲ ਰਿਹਾ then everything is fine but I think I don't want to say anything
ਬਟ ਓਨਲੀ ਆਈਲ ਟੈਲ ਦ ਸਟੂਡੈਂਟਸ ਕਿ ਤੁਸੀਂ ਥੋੜਾ ਜਿਹਾ ਸੈਲਫ ਸਟੱਡੀ ਕਰੋ, ਸੈਲਫ ਕੌਨਫੀਡੈਂਟ ਹੋਵੋ, ਪਲੱਸ ਕਿਸੇ ਵੀ ਏਜੰਟ ਨੂੰ ਮਿਲਦੇ ਹੋ ਯੂ ਹੈਵ ਦ ਰਾਈਟ ਟੂ ਆਸਕ ਆਲ ਦ ਕੁਐਸਚਨਸ। ਸਾਡੀ ਕੀ ਫੀਸ ਹੈ, ਕਾਲਜ ਰੈਕਗਨਾਈਜ਼ਡ ਹੈਗਾ ਕਿ ਨਹੀਂ ਹੈਗਾ, ਆਪਾਂ ਨੂੰ ਪਤਾ ਹੈ ਕਿ 5-6 ਪੈਰਾਮੀਟਰਸ ਹੁੰਦੇ ਆ, ਤਾਂ ਤੁਸੀਂ ਕਿਉਂ ਨਹੀਂ ਪੁੱਛਦੇ? ਜੀ ਬਿਲਕੁਲ ਤੇ ਜਦ ਤੱਕ ਤੁਸੀਂ ਪੁੱਛੋਗੇ ਨਹੀਂ ਤਾਂ ਤੁਹਾਨੂੰ ਕੋਈ ਦੱਸੇਗਾ ਵੀ ਨਹੀਂ। ਬਟ ਆਈਡੀਪੀ ਵਿੱਚ ਤੁਸੀਂ ਇਹ ਦੇਖੋਗੇ ਸਾਡੀ ਇੱਕ ਸਟੂਡੈਂਟ ਐਪ ਵੀ ਹੈਗੀ, ਆਨਲਾਈਨ ਐਪ ਹੈਗੀ, ਜਿੱਥੇ ਸਟੂਡੈਂਟ ਡਾਇਰੈਕਟਲੀ ਆਪਣੇ ਸਾਰੇ ਕਾਲਜਸ ਦੀ ਆਪਸ਼ਨ ਦੇਖ ਸਕਦਾ। ਦੇਖੋ ਉਹ 'ਚ ਕੋਈ ਕਾਉਂਸਲਰ ਵੀ ਇਨਵੋਲਵਡ ਨਹੀਂ ਹੈ, ਤੇ ਉਹ ਆਟੋਮੈਟਿਕਲੀ ਜਿੱਦਾਂ ਆਪਣੇ ਕੋਰਸ ਦੇ ਆਪਸ਼ਨ ਸਿਲੈਕਟ ਕਰਦਾ ਜਾਂ ਆਪਣੀ ਪ੍ਰੋਫਾਈਲ ਸਿਲੈਕਟ ਕਰਦਾ, ਉਹਦੇ 'ਚ ਕਾਲਜਸ ਜਾਂ ਯੂਨੀਵਰਸਿਟੀਜ਼ ਦੇ ਆਪਸ਼ਨ ਆ ਜਾਂਦੇ ਆ। ਓਕੇ ਠੀਕ ਹੈ। ਤਾਂ ਆਈ ਥਿੰਕ ਦੈਟਸ ਅਨਦਰ ਵੇ ਹਾਊ ਓਪਨਲੀ ਵੀ ਵਰਕ। ਜੀ ਜੀ ਜੀ, ਮਤਲਬ ਪ੍ਰੋਫਾਈਲ ਦੇ ਅਕੋਰਡਿੰਗਲੀ ਉਸ ਨੂੰ ਐਪ ਦੇ ਉੱਪਰ ਸੁਜੈਸਟ ਕੀਤਾ ਜਾਂਦਾ ਹੈ। ਜੀ ਜੀ ਬਿਲਕੁਲ। ਸੋ ਇਸ ਲਈ ਆਈਡੀਪੀ ਵੱਲੋਂ ਜੋ ਹੈ ਟਾਈਮਲੀ ਹਰ ਤਰ੍ਹਾਂ ਨਾਲ ਸਟੂਡੈਂਟਸ ਨੂੰ ਅੱਛੀ ਸਰਵਿਸਿਜ਼ ਪ੍ਰੋਵਾਈਡ ਕਰਨ ਦੇ ਲਈ ਪੂਰਾ ਹਾਰਡ ਵਰਕ ਕੀਤਾ ਜਾਂਦਾ, ਪੂਰਾ ਟੀਮ ਵਰਕ ਇਹਨਾਂ ਵੱਲੋਂ ਕੀਤਾ ਜਾਂਦਾ। ਤੇ ਰਿਫਿਊਜ਼ਲ ਕੇਸਿਸ ਬਾਰੇ ਵੀ ਸਵਾਲ ਕਰਨਾ ਬਹੁਤ ਜ਼ਰੂਰੀ ਹੈ। ਸਾਡੇ ਕੋਲ ਬਹੁਤ ਸਾਰੇ ਸਟੂਡੈਂਟਸ ਦੇ ਸਵਾਲ ਆਉਂਦੇ ਆ ਜਿਨ੍ਹਾਂ ਦੇ ਆਲਰੇਡੀ ਰਿਫਿਊਜ਼ਲ ਲੱਗ ਚੁੱਕੀ ਹੈ ਕਿਸੇ ਨਾ ਕਿਸੇ ਕੰਪਨੀ ਤੋਂ। ਕਿ ਆਈਡੀਪੀ ਵੱਲੋਂ ਰਿਫਿਊਜ਼ਲ ਕੇਸਿਸ ਲਈ ਵੀ ਬੈਸਟ ਆਪਸ਼ਨਸ ਚੁਣ ਕੇ ਦਿੱਤੀਆਂ ਜਾਂਦੀਆਂ? ਦੇਖੋ ਉਹਦੇ ਤੇ ਵੀ ਕੇਸ ਡਿਪੈਂਡ ਕਰਦਾ ਜੀ। ਅਗਰ ਸਟੂਡੈਂਟ ਦੀ ਪ੍ਰੋਫਾਈਲ ਜੈਨੂਇਨ ਹੈ, ਕਈ ਵਾਰੀ ਸਟੂਡੈਂਟਸ ਦਾ ਇੰਨਾ ਗੈਪ ਹੁੰਦਾ ਹੈ ਉਹ ਜਸਟੀਫਾਈ ਨਹੀਂ ਹੋ ਪਾਉਂਦਾ। ਕਈ ਵਾਰੀ ਸਟੂਡੈਂਟਸ ਨਾਨ ਜੈਨੂਇਨ ਡਾਕੂਮੈਂਟਸ ਲੈ ਕੇ ਆਉਂਦੇ, ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਟੂਡੈਂਟ ਦਾ ਵਰਕ ਐਕਸਪੀਰੀਅੰਸ ਹੀ ਜੈਨੂਇਨ ਨਹੀਂ ਹੈ। ਜੀ ਜੀ ਜੀ। ਅਸੀਂ ਹਰ ਡਾਕੂਮੈਂਟ ਵੈਰੀਫਾਈ ਕਰਦੇ ਹਾਂ। ਓਕੇ। ਸਟਾਰਟਿੰਗ ਫਰਮ ਜਾਂ ਐਕੈਡੈਮਿਕ, ਚਾਹੇ ਤੁਹਾਡਾ ਆਇਲ ਸਕੋਰ ਹੈ ਜਾਂ ਤੁਹਾਡੇ ਵਰਕ ਐਕਸਪੀਰੀਅੰਸ ਹੈ, ਬਿਕਾਜ਼ ਅਸੀਂ ਕਿਸੇ ਵੀ ਫਰਾਡੂਲੈਂਟ ਡਾਕੂਮੈਂਟ ਨੂੰ ਮਤਲਬ ਕਿ ਇਸ ਤਰ੍ਹਾਂ ਨਹੀਂ, ਸਾਡੇ ਆਪਣੇ ਡੈਕਲੇਰੇਸ਼ਨ ਫਾਰਮਸ ਹੈ, ਹਰ ਡਾਕੂਮੈਂਟ ਨੂੰ ਅਸੀਂ ਕ੍ਰਾਸ ਚੈੱਕ ਕਰਦੇ ਹਾਂ ਫਿਰ ਲਾਉਂਦੇ ਹਾਂ। ਅਗਰ ਸਟੂਡੈਂਟ ਦੀ ਪ੍ਰੋਫਾਈਲ ਮੈਚ ਕਰਦੀ ਹੈ ਜਾਂ ਵੀਜ਼ਾ ਦੀ ਰਿਕੁਆਇਰਮੈਂਟਸ ਮਤਲਬ ਕੰਪਲੀਟ ਕਰਦਾ, ਸਟੂਡੈਂਟ ਕੁਆਲੀਫਾਈ ਕਰ ਰਿਹਾ ਹੈ, ਫॉर ਐਗਜ਼ਾਮਪਲ ਅਕੈਡਮਿਕ ਹੋ ਗਿਆ ਜਾਂ ਆਇਲਸ ਦੀਆਂ, ਤਾਂ ਹੀ ਅਸੀਂ ਉਸ ਕੇਸ ਨੂੰ ਫਰਦਰ ਪ੍ਰੋਸੀਡ ਕਰਦੇ ਹਾਂ। ਅਦਰਵਾਈਜ਼ ਵੀ ਟੈਲ ਦ ਸਟੂਡੈਂਟ ਕਿ ਜਾਂ ਤਾਂ ਤੁਸੀਂ ਇਸ ਕੰਟਰੀ ਲਈ ਕੁਆਲੀਫਾਈ ਨਹੀਂ ਕਰ ਰਹੇ ਹੋ, ਦੂਸਰੀ ਕੰਟਰੀ ਲਈ ਅਪਲਾਈ ਕਰੋ, ਜਾਂ ਤੁਸੀਂ ਫਿਰ ਆਪਣੀਆਂ ਐਜੂਕੇਸ਼ਨ ਜੇ ਨਹੀਂ ਬਣ ਰਿਹਾ ਕਿਤੇ ਤਾਂ ਤੁਸੀਂ ਆਪਣੇ ਇੰਡੀਆ 'ਚ ਪ੍ਰੋਸੀਡ ਕਰੋ, ਬਿਕਾਜ਼ ਦ ਪ੍ਰੋਫਾਈਲ ਸ਼ੁੱਡ ਬੀ ਜੈਨੂਇਨ। ਵੀ ਕੈਨ ਨਾਟ ਸੇ ਕਿ ਤੁਹਾਡਾ ਕਿਤੋਂ ਰਿਜੈਕਸ਼ਨ ਆਇਆ ਤਾਂ ਆਈਡੀਪੀ 'ਚ ਆਓਗੇ ਤਾਂ ਤੁਹਾਡੇ ਵੀਜ਼ਾ ਲੱਗ ਜਾਣਗੇ। ਬਟ ਮੈਂ ਇਹ ਕਹਿੰਦੀ ਹਾਂ ਅਗਰ ਪ੍ਰੋਫਾਈਲ ਜੈਨੂਇਨ ਹੈ, ਰਾਈਟ ਪ੍ਰੋਫਾਈਲ ਹੈ, ਕਿਸੇ ਕਾਰਨ ਕਈ ਵਾਰੀ ਹੁੰਦਾ ਸਟੂਡੈਂਟ ਦਾ ਗਲਤ ਡਾਕੂਮੈਂਟ ਲੱਗ ਗਿਆ, ਬਿਲਕੁਲ ਰਾਈਟ, ਜਾਂ ਕਿਸੇ ਵੀ ਪੁਆਇੰਟ ਤੇ ਉਹਦਾ ਰਿਜੈਕਸ਼ਨ ਆ ਗਿਆ, ਕਈ ਵਾਰੀ ਫਾਰਮ ਹੀ ਫਿਲ ਗਲਤ ਹੋ ਗਿਆ, ਹਨਾ, ਤੇ ਅਸੀਂ ਉਹ ਦੇਖਦੇ ਹਾਂ ਜੇ ਸਾਨੂੰ ਜਸਟੀਫਾਈਡ ਲੱਗਦਾ ਹੈ, ਪ੍ਰੋਫਾਈਲ ਠੀਕ ਹੈ, ਦੈਨ ਉਸ ਨੂੰ ਰਾਈਟ ਆਪਸ਼ਨ ਦੇ ਕੇ ਜਾਂ ਰਾਈਟ ਕੋਰਸ ਜਾਂ ਕਾਲਜ ਦੀ ਆਪਸ਼ਨ ਦੇ ਕੇ ਫਿਰ ਉਹਦਾ ਕੇਸ ਫਾਈਲ ਕਰਦੇ ਹਾਂ। ਜੀ। ਤੇ ਥੋੜੀ ਜਿਹੀ ਗੱਲ ਆਸਟ੍ਰੇਲੀਆ ਬਾਰੇ ਵੀ ਕਰਨਾ ਚਾਹਾਂਗੇ, ਕਿਉਂਕਿ ਅਸੀਂ ਵੇਖ ਰਹੇ ਹਾਂ ਕਿ ਜੋ ਤੁਸੀਂ ਆਪਾਂ ਗੱਲ ਕਰ ਰਹੇ ਨਾ ਫੇਕ ਡਾਕੂਮੈਂਟਸ ਦੀ, ਇਸ ਨੂੰ ਲੈ ਕੇ ਹੀ ਆਸਟ੍ਰੇਲੀਆ ਸਟ੍ਰਿਕਟ ਹੋ ਗਿਆ। ਅਸੀਂ ਜਾਣਦੇ ਹਾਂ ਕਿ ਹਰਿਆਣਾ ਬੋਰਡ ਜਿਹੜਾ ਹੈ ਉਸ ਨੂੰ ਲੈ ਕੇ ਸਟ੍ਰਿਕਟ ਹੋ ਗਿਆ। ਪਰ ਇੱਥੇ ਮੈਂ ਜਾਣਨਾ ਚਾਹੂੰਗੀ ਕਿ ਉਸ ਸਟ੍ਰਿਕਟਨੈਸ ਦੇ ਨਾਲ ਕੀ ਇਹ ਤਾਂ ਨਹੀਂ ਹੈ ਕਿ ਜਿਹੜੀ ਅੱਛੀ ਪ੍ਰੋਫਾਈਲਸ ਹੈ ਉਹਨਾਂ ਦੇ ਉੱਪਰ ਵੀ ਸਟ੍ਰਿਕਟਨੈਸ ਇੰਨੀ ਜ਼ਿਆਦਾ ਹੋ ਜਾਏਗੀ ਕਿ ਅੱਗੋਂ, ਕਿਉਂਕਿ ਸਟੂਡੈਂਟਸ ਹੁਣ ਡਰ ਰਹੇ ਨੇ ਕਿ ਅਗਰ ਅਸੀਂ ਆਸਟ੍ਰੇਲੀਆ ਅਪਲਾਈ ਕਰ ਰਹੇ ਹਾਂ, ਸ਼ੁਰੂ ਵਿੱਚ ਤਾਂ ਬਹੁਤ ਵਧੀਆ ਵੈਲਕਮ ਕੀਤਾ ਗਿਆ ਆਸਟ੍ਰੇਲੀਆ ਵੱਲੋਂ, ਲੇਕਿਨ ਹੁਣ ਅਪਲਾਈ ਕਰਦੇ ਤਾਂ ਕਿਤੇ ਨਾ ਕਿਤੇ ਆਉਣ ਵਾਲੇ ਟਾਈਮ ਵਿੱਚ ਰਿਫਿਊਜ਼ਲ ਰੇਟ ਵੱਧਦਾ ਤਾਂ ਨਹੀਂ ਨਜ਼ਰ ਆ ਰਿਹਾ ਆਸਟ੍ਰੇਲੀਆ ਦਾ? ਦੇਖੋ ਰਿਫਿਊਜ਼ਲ ਕਦੀ ਵੀ ਇਸ ਤਰ੍ਹਾਂ ਨਹੀਂ ਹੁੰਦਾ ਕਿ ਵੋਲਿਊਮ ਦੇ ਉੱਪਰ ਹੁੰਦਾ, ਓਕੇ ਰਾਈਟ, ਤੁਹਾਡੀ ਪ੍ਰੋਫਾਈਲ ਦੇ ਉੱਪਰ ਹੁੰਦਾ। ਬਿਲਕੁਲ ਜੀ। ਹੁਣ ਸਟੂਡੈਂਟ ਕਿਸੇ ਵੀ ਕਾਲਜ ਯੂਨੀਵਰਸਿਟੀ 'ਚ ਆਪਾਂ ਅਪਲਾਈ ਕਰਦੇ ਹਾਂ, ਜਿਸ ਤਰ੍ਹਾਂ ਹੁਣ ਆਪਾਂ ਇੱਕ ਨੀ ਲਰਨਿੰਗ ਕੀ ਹੈ ਕਿ ਉਹ ਗਵਰਨਮੈਂਟ ਰੈਕੋਗਨਾਈਜ਼ਡ ਹੋਣੇ ਚਾਹੀਦੇ ਆ। ਜੀ ਜੀ। ਤਾਂ ਅਗਰ ਤੁਸੀਂ ਰਾਈਟ ਯੂਨੀਵਰਸਿਟੀ ਕਾਲਜ 'ਚ ਅਪਲਾਈ ਕਰਦੇ ਹੋ, ਡਿਲੇ ਹੋ ਸਕਦਾ ਵੀਜ਼ਾ 'ਚ, ਬਟ ਰਿਜੈਕਸ਼ਨ ਇਸ ਤਰ੍ਹਾਂ ਨਹੀਂ ਕਿ ਜੇ ਤੁਹਾਡੀ ਪ੍ਰੋਫਾਈਲ ਅੱਛੀ ਨਹੀਂ ਹੈ ਤੇ ਜਾਂ ਕਿਸ ਤਰ੍ਹਾਂ ਫਿਰ ਉਹ ਰਿਜੈਕਸ਼ਨ ਦੇ ਚਾਂਸਸ ਬਣਦੇ ਆ। ਬਟ ਜੇ ਤੁਹਾਡੀ ਪ੍ਰੋਫਾਈਲ ਠੀਕ ਹੈ ਜਾਂ ਕੁਝ ਵੀ ਹੈ ਤਾਂ ਆਈ ਥਿੰਕ देयर शुड नॉट बी एनी इशू। डिले इज अ सेपरेट थिंग, बट रिजेक्शन इज नेवर ऑन द बिहाफ कि एक अच्छी प्रोफाइल ਦਾ ਵੀ ਰਿਜੈਕਸ਼ਨ ਲੱਗ ਜਾਏ। ਬਟ ਆਲਵੇਜ਼ ਅਗਰ ਕਿਤੇ ਰਿਜੈਕਸ਼ਨ ਆ ਵੀ ਜਾਂਦਾ ਬਾਈ ਚਾਂਸ, ਦ ਸਟੂਡੈਂਟ ਆਲਵੇਜ਼ ਹੈਜ਼ ਦ ਪੁਆਇੰਟ ਟੂ ਰੀਫਾਈਲ ਇਟ। ਜੀ ਜੀ ਬਿਲਕੁਲ। ਚਲੋ ਆਪਾਂ ਕੈਨੇਡਾ, ਆਸਟ੍ਰੇਲੀਆ ਔਰ ਯੂਕੇ ਦੀ ਗੱਲ ਕਰੀਏ ਤਾਂ ਜਿਹੜੇ ਸਟੂਡੈਂਟਸ ਨੂੰ ਅਪਲਾਈ ਕਰ ਰਹੇ ਨੇ ਤਾਂ ਕਿੱਥੇ ਦਾ ਸਕਸੈਸ ਰੇਟ ਆਪਾਂ ਅੱਛਾ ਮੰਨ ਸਕਦੇ ਹਾਂ? ਤਾਂ ਕਿਉਂਕਿ ਸਟੂਡੈਂਟਸ ਦਾ ਇਹੀ ਮਨ ਵਿੱਚ ਸਭ ਤੋਂ ਹੁੰਦਾ ਕਿ ਜਿੱਥੇ ਸਾਨੂੰ ਰਿਫਿਊਜ਼ਲ ਦਾ ਡਰ ਨਾ ਹੋਵੇ ਔਰ ਆਰਾਮ ਦੇ ਨਾਲ ਜਲਦੀ ਜੋ ਹੈ ਸਾਡਾ ਵੀਜ਼ਾ ਆ ਜਾਏ, ਕਿੱਥੇ ਸੁਜੈਸਟ ਕਰਦੇ ਹੋ? ਦੇਖੋ ਇਹੀ ਮੈਂ ਗਾਈਡ ਕਰਦੀ ਹਾਂ ਸਟੂਡੈਂਟਸ ਨੂੰ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਲਦੀ ਕੁਝ ਨਹੀਂ ਆ, ਜਾਂ ਕਿਸੇ ਕੰਟਰੀ ਦਾ, ਜਾਂ ਮੈਂ ਤੁਹਾਨੂੰ ਕਹਾਂ ਆਸਟ੍ਰੇਲੀਆ, ਕੈਨੇਡਾ ਦੇ ਜਾਂ ਯੂਕੇ ਦੇ ਵੀਜ਼ਾ ਆਉਂਦੇ ਜਾਂ ਤੁਸੀਂ ਉਸ ਕੰਟਰੀ ਲਈ ਚੱਲ ਲਓ, ਰਾਈਟ। ਆਈ ਥਿੰਕ ਦੈਨ ਸਾਡਾ ਪਲਾਨ ਹੀ ਨਹੀਂ ਹੈ। ਸਾਡਾ ਪਲਾਨ ਹੈ ਸਿਰਫ ਉਸ ਕੰਟਰੀ ਨੂੰ ਐਂਟਰ ਕਰਨਾ। ਬਟ ਅਗਰ ਤੁਸੀਂ ਸਟੂਡੈਂਟ ਹੋ, ਐਜੂਕੇਸ਼ਨ ਲਈ ਜਾਣਾ ਹੈ, ਦੈਨ ਯੂ ਸ਼ੁਡ ਨਾਟ ਸੀ ਦ ਕੰਟਰੀਜ਼, ਦੈਨ ਯੂ ਸ਼ੁਡ ਸੀ ਕਿ ਸਾਡਾ ਫਿਊਚਰ ਕੀ ਹੈ, ਕਿਹੜੇ ਕੋਰਸ ਲਈ ਜਾ ਰਹੇ ਹਾਂ, ਜਾਂ ठीक है कि कोई रिलेटिव्स है या किस तरह है, that is a separate thing. But I think I'll not differentiate on the countries. Every country have their own unique points, and visa is never on in the basis of ki country basis. It's always on profile basis. जी जी बिल्कुल। ਤੇ ਉਮੀਦ ਕਰਦੇ ਆ ਸਾਰੇ ਦਰਸ਼ਕ, ਖਾਸ ਤੌਰ ਤੇ ਸਟੂਡੈਂਟਸ, ਅਸੀਂ ਹਰ ਵਾਰੀ ਇਸ ਸ਼ੋਅ ਦੇ ਵਿੱਚ ਪੂਰੀ ਜਾਣਕਾਰੀ ਲੈ ਕੇ ਆਨੇ ਜਿਨ੍ਹਾਂ ਦਾ ਖਿਆਲ ਰੱਖਦੇ ਹੋਏ ਸਹੀ ਰਸਤੇ ਤੇ ਚੱਲਦੇ ਹੋਏ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕੋ। ਸੋ ਬਹੁਤ ਬਹੁਤ ਥੈਂਕਸ ਤੁਹਾਡਾ ਕਿ ਤੁਸੀਂ ਅੱਜ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ ਹੋ ਔਰ ਉਹਨਾਂ ਨੂੰ ਸਹੀ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸ਼ੋਅ ਵਿੱਚ ਸ਼ਾਮਿਲ ਹੋਣ ਦੇ ਲਈ।
ਲਈ ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ। ਧੰਨਵਾਦ।